ਪਿਆਰੇ ਵਿਦਿਆਰਥੀਓ, ਅੱਜ ਅਸੀਂ ਇਸ ਆਡੀਓ ਲੈਕਚਰ ਦੇ ਵਿੱਚ IACR ਪ੍ਰੋਸੈਸ ਬਾਰੇ ਪੜ੍ਹਾਂਗੇ ਕਿ IACR ਪ੍ਰੋਸੈਸ ਕੀ ਹੈ। IACR ਪ੍ਰੋਸੈਸ ਨੂੰ ਅਸੀਂ ਦੂਜੇ ਸ਼ਬਦਾਂ ਦੇ ਵਿੱਚ ਇੱਕ ਪ੍ਰਕਿਰਿਆ ਕਹਿੰਦੇ ਹਾਂ, ਜਿਸ ਨੂੰ ਅਸੀਂ ਫੋਲੋ ਕਰਕੇ, ਜਿਸ ਨੂੰ ਅਸੀਂ ਅਪਣਾ ਕੇ ਅਸੀਂ IACR ਸਰਵਿਸ ਯੂਜ਼ਰਸ ਨੂੰ ਪ੍ਰੋਵਾਈਡ ਕਰਦੇ ਹਾਂ। ਕਿਉਂਕਿ ਜਿਹੜੀ IACR ਸਰਵਿਸ ਹੈ, ਇਹ ਯੂਜ਼ਰ ਨੂੰ ਪ੍ਰੋਵਾਈਡ ਕਰਨ ਦੀ ਜਿਹੜੀ ਇੱਕ ਪ੍ਰਕਿਰਿਆ ਹੈਗੀ ਹੈ, ਠੀਕ ਹੈ, ਉਹਨੂੰ ਅਸੀਂ ਇੱਕ IACR ਪ੍ਰੋਸੈਸ ਦਾ ਨਾਮ ਦਿੰਦੇ ਹਾਂ, ਜਿਹਦੇ ਵਿੱਚ ਕਈ ਤਰ੍ਹਾਂ ਦੇ ਕਈ ਸਟੈਪਸ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ। ਕਈ ਉਹਨਾਂ ਸਟੈਪਸ ਨੂੰ ਫੋਲੋ ਕਰਕੇ ਹੀ IACR ਜਿਹੜੀ ਸਰਵਿਸ ਹੈ ਉਹ ਯੂਜ਼ਰਸ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਯੂਜ਼ਰਸ ਨੂੰ IACR ਸਰਵਿਸ ਦੇਣਾ ਇੱਕ ਸਿਸਟੇਮੈਟਿਕ ਵੇ ਹੈ। ਸਿਸਟੇਮੈਟਿਕ ਵੇ ਭਾਵ ਕਿ ਇੱਕ ਸਿਸਟੇਮੈਟਿਕ ਪ੍ਰੋਸੈਸ ਹੈ। ਸਿਸਟੇਮੈਟਿਕ ਪ੍ਰੋਸੈਸ ਉਹ ਹੁੰਦਾ ਹੈ ਜਿਹਦੇ ਵਿੱਚ ਪ੍ਰੋਪਰ ਸਟੈਪਸ ਹੁੰਦੇ ਨੇ। ਉਹਨਾਂ ਸਟੈਪਸ ਨੂੰ ਜਿਹੜਾ ਸਕਿਪ ਨਹੀਂ ਕੀਤਾ ਜਾ ਸਕਦਾ। ਉਹਨਾਂ ਸਟੈਪ ਅਗਰ ਉਹ ਸਰਵਿਸ ਜਿਹੜੀ ਹੈ IACR ਸਰਵਿਸ ਹੈ ਵਧੀਆ ਢੰਗ ਦੇ ਨਾਲ ਯੂਜ਼ਰਸ ਨੂੰ ਦੇਣੀ ਹੈ ਅਤੇ ਉਹਦੀ ਕੁਆਲਿਟੀ ਜਿਹੜੀ ਹੈਗੀ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਅਤੇ ਉਹਨੂੰ ਅਸੀਂ ਐਫੀਸ਼ੈਂਟਲੀ ਇਫੈਕਟਿਵਲੀ ਦੇਣਾ ਹੈਗਾ ਯੂਜ਼ਰਸ ਨੂੰ। ਤਾਂ ਉਹਦੇ ਵਾਸਤੇ ਜ਼ਰੂਰੀ ਹੈ ਕਿ ਇਹਨੂੰ ਸਾਨੂੰ ਇੱਕ ਸਿਸਟੇਮੈਟਿਕ ਵੇ ਜਿਹੜਾ ਹੈਗਾ ਉਹਨੂੰ ਫੋਲੋ ਕਰਨਾ ਪਏਗਾ। ਅਤੇ ਉਸ ਸਿਸਟੇਮੈਟਿਕ ਵੇ ਨੂੰ, ਜਿਹਦੇ ਵਿੱਚ ਬਹੁਤ ਸਾਰੇ ਸਟੈਪਸ ਸ਼ਾਮਲ ਹੁੰਦੇ ਨੇ, ਉਹਨਾਂ ਨੂੰ ਅਸੀਂ IACR ਪ੍ਰੋਸੈਸ ਆਖਦੇ ਹਾਂ। ਇੱਕ ਪ੍ਰਕਿਰਿਆ ਹੈ, ਯੂਜ਼ਰਸ ਨੂੰ IACR ਸਰਵਿਸ ਦੇਣ ਦੀ ਜਿਹੜੀ ਇੱਕ ਪ੍ਰਕਿਰਿਆ ਹੈਗੀ ਹੈ, ਇੱਕ ਢੰਗ ਹੈ ਜਿਹਦੇ ਨਾਲ ਇਹ ਸਰਵਿਸ ਯੂਜ਼ਰ ਨੂੰ ਦਿੱਤੀ ਜਾਂਦੀ ਹੈ। ਉਸ ਸਾਰੇ ਢੰਗ ਨੂੰ ਅਸੀਂ ਸਮੂਹਿਕ ਰੂਪ ਦੇ ਵਿੱਚ IACR ਪ੍ਰੋਸੈਸ ਦਾ ਨਾਮ ਦਿੰਦੇ ਹਾਂ। ਅੱਜ ਅਸੀਂ ਇਸ ਆਡੀਓ ਲੈਕਚਰ ਦੇ ਵਿੱਚ ਉਹਨਾਂ ਡਿਫਰੈਂਟ ਸਟੈਪਸ ਨੂੰ ਅਸੀਂ ਡਿਸਕਸ ਕਰਾਂਗੇ ਕਿ ਉਹ ਕਿਹੜੇ ਸਟੈਪਸ ਨੇ ਜਿਹੜੇ ਕਿ ਇਸ IACR ਪ੍ਰੋਸੈਸ ਦੇ ਵਿੱਚ ਸਾਨੂੰ ਫੋਲੋ ਕਰਨੇ ਹੈ। ਅਸੀਂ ਉਹਨਾਂ ਪ੍ਰੋਸੈਸ ਨੂੰ ਫੋਲੋ ਕਰਕੇ ਅਸੀਂ ਯੂਜ਼ਰਸ ਨੂੰ IACR ਸਰਵਿਸ ਜਿਹੜੀ ਹੈ ਉਹ ਅਸੀਂ ਪ੍ਰੋਵਾਈਡ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾ ਸਟੈਪ ਜਿਹੜਾ ਹੈਗਾ ਉਹ ਹੈ ਸਟੱਡੀ ਆਫ ਪੋਟੈਂਸ਼ੀਅਲ ਯੂਜ਼ਰਸ, ਭਾਵ ਕਿ ਸੰਭਾਵਿਤ ਜਿਹੜੇ ਯੂਜ਼ਰਸ ਨੇ ਜਿਹੜੇ ਉਹਨਾਂ ਦਾ ਅਧਿਐਨ ਕਰਨਾ, ਉਹਨਾਂ ਦੀ ਸਟੱਡੀ ਕਰਨੀ। ਇਸ ਸਟੈਪ ਦੇ ਵਿੱਚ ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕਿ ਜੋ ਅਸੀਂ IACR ਸਰਵਿਸ ਦੇਣ ਜਾ ਰਹੇ ਹਾਂ ਉਹ ਸਰਵਿਸ ਅਸੀਂ ਕਿਹੜੇ ਯੂਜ਼ਰਸ ਨੂੰ ਦੇ ਰਹੇ ਹਾਂ। ਸਾਡਾ ਟਾਰਗੇਟ ਗਰੁੱਪ ਆਫ ਯੂਜ਼ਰਸ ਕਿਹੜਾ ਹੈ, ਭਾਵ ਕਿ ਉਹ ਯੂਜ਼ਰਸ ਕਿਹੜੇ ਨੇ ਜਿਨ੍ਹਾਂ ਨੂੰ ਇਹ ਸਰਵਿਸ ਜਿਹੜੀ ਹੈ ਇਹ ਦਿੱਤੀ ਜਾ ਰਹੀ ਹੈ। ਸੋ ਇਸ ਵਿੱਚ ਸਾਨੂੰ ਉਹਨਾਂ ਯੂਜ਼ਰਸ ਦੀਆਂ ਪਹਿਚਾਣ ਕਰਨੀ ਪੈਂਦੀ ਹੈ ਕਿ ਉਹ ਯੂਜ਼ਰਸ ਕਿਹੜੇ ਨੇ। ਉਹ PG ਸਟੂਡੈਂਟ ਨੇ, UG ਸਟੂਡੈਂਟ ਨੇ, ਸਾਇੰਸ ਸਟਰੀਮ ਦੇ ਨੇ, ਆਰਟਸ ਜਾਂ ਹਿਊਮੈਨਿਟੀਜ਼ ਦੇ ਨੇ, ਜਾਂ ਕੋਈ ਹੋਰ ਗਰੁੱਪ ਆਫ ਯੂਜ਼ਰਸ ਨੇ, ਇੰਜੀਨੀਅਰਸ ਨੇ, ਡਾਕਟਰਸ ਨੇ, ਰਿਸਰਚਰਸ ਨੇ, ਟੀਚਰਸ ਨੇ। ਉਹਨਾਂ ਦੀ ਕੀ ਬੈਕਗਰਾਊਂਡ ਹੈ, ਉਹਨਾਂ ਦੀਆਂ ਇਨਫੋਰਮੇਸ਼ਨ ਰਿਕੁਆਇਰਮੈਂਟਸ ਕਿਹੜੀਆਂ ਨੇ, ਉਹਨਾਂ ਸਾਰੀਆਂ ਚੀਜ਼ਾਂ ਨੂੰ ਅਸੈਸ ਕੀਤਾ ਜਾਂਦਾ ਹੈ। ਉਹਦੀ ਅਸੈਸਮੈਂਟ ਕੀਤੀ ਜਾਂਦੀ ਹੈ, ਭਾਵ ਕਿ ਉਹਨਾਂ ਬਾਰੇ ਪਤਾ ਲਗਾਇਆ ਜਾਂਦਾ ਕਿ ਉਹਨਾਂ ਨੂੰ ਕੀ ਚਾਹੀਦਾ ਹੈ, ਵਾਟ ਇਜ਼ ਰਿਕੁਆਇਰਡ, ਉਹਨਾਂ ਨੂੰ ਕੀ ਚਾਹੀਦਾ ਹੈ। ਸੈਕਿੰਡ ਚੀਜ਼ ਜਿਹੜੀ ਅਸੀਂ ਦੇਖਣੀ ਹੈ ਇਸ ਸਟੈਪ ਦੇ ਵਿੱਚ, ਉਹ ਦੇਖਣਾ ਉਹਨਾਂ ਦਾ ਲੈਵਲ ਕੀ ਹੈ, ਵਟ ਇਜ਼ ਦੇਅਰ ਲੈਵਲ, ਉਹਨਾਂ ਦਾ ਲੈਵਲ ਕੀ ਹੈ, ਤਾਂ ਕਿ ਉਹਨਾਂ ਦੀ ਜਿਹੜੀ ਡਿਫੀਕਲਟੀ ਲੈਵਲ ਹੈ ਉਹ ਕੀ ਹੈ, ਉਹਨਾਂ ਦੀ ਲੈਂਗੁਏਜ ਕੀ ਹੈ, ਅਤੇ ਉਹਨਾਂ ਦਾ ਜਿਹੜਾ ਇੰਟਲੈਕਚੁਅਲ ਲੈਵਲ ਕੀ ਹੈ, ਤਾਂ ਕਿ ਉਹਨਾਂ ਦੇ ਮੁਤਾਬਕ ਹੀ ਆਪਾਂ ਰੈਡੀਮੇਡ ਪ੍ਰੋਡਕਟ ਬਣਾ ਕੇ ਉਹਨਾਂ ਨੂੰ ਕੈਪਸੂਲ ਫਾਰਮ ਦੇ ਵਿੱਚ ਜਿਹੜੀ IACR ਪ੍ਰੋਡਕਟ ਹੈ ਉਹ ਤਿਆਰ ਕਰਕੇ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹਾਂ। ਠੀਕ ਹੈ। ਸੋ ਇਸ ਕਰਕੇ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਜਿਹੜੇ ਸਾਡੇ ਪੋਟੈਂਸ਼ੀਅਲ ਯੂਜ਼ਰਸ ਨੇ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ। ਸੋ ਉਹਦੀ ਸਾਨੂੰ ਸਭ ਤੋਂ ਪਹਿਲਾਂ ਹੀ ਅਸੀਂ ਇੱਕ ਕੰਮ ਕਰਨਾ ਹੈ ਕਿ ਅਸੀਂ ਜਿਹੜੇ ਸਾਡੇ ਪੋਟੈਂਸ਼ੀਅਲ ਯੂਜ਼ਰਸ ਨੇ ਉਹਨਾਂ ਦੀ ਸਟੱਡੀ ਕਰਨੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਸਾਡਾ ਟਾਰਗੇਟ ਗਰੁੱਪ ਆਫ ਯੂਜ਼ਰਸ ਕਿਹੜਾ। ਅਗਰ ਅਸੀਂ IACR ਸਰਵਿਸ ਜਿਹੜੀ ਹੈ ਇਫੈਕਟਿਵਲੀ ਪ੍ਰੋਵਾਈਡ ਕਰਨੀ ਹੈ, ਅਸੀਂ ਚਾਹੁੰਦੇ ਹਾਂ ਕਿ ਉਹਦਾ ਆਪਟੀਮਲ ਯੂਜ਼ ਹੋਵੇ ਵੱਧ ਤੋਂ ਵੱਧ ਔਰ ਸਹੀ ਢੰਗ ਦੇ ਨਾਲ ਮੈਚਿੰਗ ਹੋਵੇ ਯੂਜ਼ਰਸ ਦੇ ਨਾਲ ਦੀਆਂ ਲੋੜਾਂ ਦੇ ਨਾਲ, ਤਾਂ ਉਹ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਅਸੀਂ ਪੋਟੈਂਸ਼ੀਅਲ ਯੂਜ਼ਰਸ ਦੀ ਸਟੱਡੀ ਕਰੀਏ। ਹੁਣ ਅਸੀਂ ਸੈਕਿੰਡ ਸਟੈਪ 'ਤੇ ਜਾਵਾਂਗੇ। ਸੈਕਿੰਡ ਜਿਹੜਾ ਸਟੈਪ ਹੈ ਉਹ ਹੈ ਸਿਲੈਕਸ਼ਨ ਆਫ ਇਨਫੋਰਮੇਸ਼ਨ ਸੋਰਸਿਸ। ਸਿਲੈਕਸ਼ਨ ਆਫ ਇਨਫੋਰਮੇਸ਼ਨ ਸੋਰਸਿਸ ਦਾ ਭਾਵ ਇਹ ਹੈ ਕਿ ਇਨਫੋਰਮੇਸ਼ਨ ਦੇ ਸੂਚਨਾ ਦੇ ਜਿਹੜੇ ਸੋਮੇ ਨੇ, ਸਰੋਤ ਨੇ, ਉਹਨਾਂ ਦੀ ਸਿਲੈਕਸ਼ਨ ਕਰਨੀ, ਉਹਨਾਂ ਦੀ ਪਹਿਚਾਣ ਕਰਨੀ। ਇਹਦੇ ਵਿੱਚ ਸਭ ਤੋਂ ਪਹਿਲਾਂ ਆਇਡੈਂਟੀਫਿਕੇਸ਼ਨ
ਜਾਂ ਇਹਨੂੰ ਆਪਾਂ ਸਿਲੈਕਸ਼ਨ ਆਫ ਇਨਫੋਰਮੇਸ਼ਨ ਸੋਰਸਿਸ ਦਾ ਨਾਮ ਦਿੰਦੇ ਹਾਂ। ਹੁਣ ਜਦੋਂ ਸਾਨੂੰ ਫਸਟ ਸਟੈਪ ਤੋਂ ਇਹ ਪਤਾ ਚੱਲ ਗਿਆ ਕਿ ਯੂਜ਼ਰਸ ਦੀਆਂ ਇਨਫੋਰਮੇਸ਼ਨ ਰਿਕੁਆਇਰਮੈਂਟਸ ਕੀ ਨੇ, ਯੂਜ਼ਰਸ ਨੂੰ ਕਿਹੜੀ ਇਨਫੋਰਮੇਸ਼ਨ ਚਾਹੀਦੀ ਹੈ, ਸੋ ਹੁਣ ਸੈਕੰਡ ਸਟੈਪ 'ਤੇ ਸਾਡਾ ਇਹ ਕੰਮ ਹੋਏਗਾ ਕਿ ਅਸੀਂ ਦੇਖਾਂਗੇ ਕਿ ਯੂਜ਼ਰਸ ਨੂੰ ਜਿਹੜੀ ਇਨਫੋਰਮੇਸ਼ਨ ਚਾਹੀਦੀ ਹੈ ਉਹਦੇ ਡਿਫਰੈਂਟ ਸਰੋਤ ਕਿਹੜੇ ਨੇ, ਉਹਦੇ ਇਨਫੋਰਮੇਸ਼ਨ ਸੋਰਸਿਸ ਕਿਹੜੇ ਨੇ ਉਹਦੇ ਨਾਲ ਰਿਲੇਟਡ। ਸੋ ਉਹਦੇ ਵਿੱਚ ਸਭ ਤੋਂ ਪਹਿਲਾਂ ਉਹ ਇਨਫੋਰਮੇਸ਼ਨ ਸੋਰਸਿਸ ਪ੍ਰਿੰਟਡ ਫਾਰਮ 'ਚ ਵੀ ਹੋ ਸਕਦੇ ਨੇ, ਉਹ ਇਲੈਕਟ੍ਰੋਨਿਕ ਫਾਰਮ 'ਚ ਵੀ ਹੋ ਸਕਦੇ ਨੇ। ਇਲੈਕਟ੍ਰੋਨਿਕ ਫਾਰਮ ਦੇ ਵਿੱਚ ਫਿਰ ਆਪਾਂ ਦੇਖਾਂਗੇ ਕਿ ਉਹ ਵੈਬ ਫਾਰਮ ਦੇ ਵਿੱਚ ਵੀ ਹੋ ਸਕਦੇ ਨੇ ਆਨਲਾਈਨ, ਔਰ ਹੋ ਸਕਦਾ ਉਹ ਕਿਸੇ CD ਫਾਰਮ ਦੇ ਵਿੱਚ ਆਫਲਾਈਨ ਵੀ ਹੋ ਸਕਦੇ ਨੇ। ਸੋ ਸਾਨੂੰ ਧਿਆਨ ਰੱਖਣਾ ਪਏਗਾ ਕਿ ਅਗਰ ਉਹ ਇਨਫੋਰਮੇਸ਼ਨ ਸੋਰਸਿਸ ਕਿਸੇ ਵੈਬਸਾਈਟ 'ਤੇ ਪਈ ਹੈ ਤਾਂ ਵੈਬਸਾਈਟ ਦਾ ਐਡਰੈਸ ਕੀ ਹੈ। ਅਗਰ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਕਿਸੇ ਪ੍ਰਿੰਟਡ ਫਾਰਮ 'ਚ ਪਈ ਹੈ ਤਾਂ ਬੁੱਕ ਦਾ ਨਾਮ ਕੀ ਹੈ, ਉਹ ਪੀਰੀਓਡੀਕਲ 'ਚ ਪਈ ਹੈ ਤਾਂ ਪੀਰੀਓਡੀਕਲ ਦਾ ਨਾਮ ਕੀ ਹੈ, ਉਸ ਬੁੱਕ ਦਾ ਕਿਹੜੇ ਆਥਰ ਦੀ ਬੁੱਕ ਹੈ, ਕਿਸ ਪੇਜ 'ਤੇ ਇਨਫੋਰਮੇਸ਼ਨ ਪਈ ਹੋਈ ਹੈ, ਠੀਕ ਹੈ। ਨਿਊਜ਼ਪੇਪਰ 'ਚ ਪਈ ਹੈ ਤਾਂ ਕਿਸ ਡੇਟ ਦਾ ਨਿਊਜ਼ਪੇਪਰ ਹੈ ਜਿਹਦੇ 'ਚੋਂ ਇਨਫੋਰਮੇਸ਼ਨ ਪਈ ਹੋਈ ਹੈ। ਸੋ ਸਾਨੂੰ ਸਭ ਤੋਂ ਪਹਿਲਾਂ ਆਇਡੈਂਟੀਫਿਕੇਸ਼ਨ ਆਫ ਇਨਫੋਰਮੇਸ਼ਨ ਸੋਰਸਿਸ, ਸਿਲੈਕਸ਼ਨ ਆਫ ਇਨਫੋਰਮੇਸ਼ਨ ਸੋਰਸਿਸ ਸਾਨੂੰ ਇਹ ਕਰਨੀ ਪਏਗੀ। ਮਤਲਬ ਸਾਨੂੰ ਦੇਖਣਾ ਪਏਗਾ ਕਿ ਇਨਫੋਰਮੇਸ਼ਨ ਕਿਹੜੇ ਸੋਰਸਿਸ ਵਿੱਚ ਪਈ ਹੈ ਅਤੇ ਉਹਨਾਂ ਦੀ ਫਿਰ ਆਪਾਂ ਸਿਲੈਕਸ਼ਨ ਕਰਾਂਗੇ ਕਿਹੜੇ ਸੋਰਸਿਸ ਜਿਹੜੇ ਨੇ ਉਹ ਸਾਡੇ ਕੰਮ ਦੇ ਨੇ, ਕਿਹੜੇ ਸੋਰਸਿਸ ਕੰਮ ਦੇ ਨਹੀਂ ਹਨ। ਸੋ ਇਨਫੋਰਮੇਸ਼ਨ ਸੋਰਸਿਸ ਦਾ ਇਹ ਸਾਡਾ ਸੈਕੰਡ ਸਟੈਪ ਹੋਏਗਾ, ਆਇਡੈਂਟੀਫਿਕੇਸ਼ਨ ਐਂਡ ਸਿਲੈਕਸ਼ਨ ਆਫ ਇਨਫੋਰਮੇਸ਼ਨ ਸੋਰਸਿਸ, ਕਿ ਇਨਫੋਰਮੇਸ਼ਨ ਦੇ ਸਰੋਤਾਂ ਦੀ ਪਹਿਚਾਣ ਅਤੇ ਉਹਨਾਂ ਦੀ ਚੋਣ, ਠੀਕ ਹੈ। ਇਹ ਸਾਡਾ ਸਟੈਪ ਹੋਏਗਾ ਜਿਹਦੇ ਵਿੱਚ ਅਸੀਂ ਸਾਰੀ ਇਨਫੋਰਮੇਸ਼ਨ ਦੇ ਸਰੋਤਾਂ ਦੀ ਪਹਿਚਾਣ ਵੀ ਕਰਾਂਗੇ ਅਤੇ ਉਹਨਾਂ ਦੀ ਅਸੀਂ ਸਿਲੈਕਸ਼ਨ ਵੀ ਕਰਾਂਗੇ ਕਿ ਕਿਹੜੇ ਸਰੋਤ ਸਾਡੇ ਕੰਮ ਦੇ ਹਨ, ਕਿਹੜੇ ਸਰੋਤ ਕੰਮ ਦੇ ਨਹੀਂ, ਪ੍ਰਿੰਟਡ ਹਨ ਜਾਂ ਇਲੈਕਟ੍ਰੋਨਿਕ ਹਨ, ਠੀਕ ਹੈ। ਅਗਰ ਪ੍ਰਿੰਟਡ ਹਨ ਤਾਂ ਉਹਨਾਂ ਦੀਆਂ ਡਿਫਰੈਂਟ ਫਾਰਮਸ ਕਿਹੜੀਆਂ ਹਨ, ਅਗਰ ਇਲੈਕਟ੍ਰੋਨਿਕ ਨੇ ਅਤੇ ਅਗਰ ਆਨਲਾਈਨ ਨੇ ਜਾਂ ਆਫਲਾਈਨ ਨੇ, ਅਗਰ ਉਹਨਾਂ ਦੀ ਕੋਈ ਵੈਬਸਾਈਟ ਹੈ ਤਾਂ ਵੈਬਸਾਈਟ ਦਾ ਐਡਰੈਸ ਕੀ ਹੈ ਅਤੇ ਉਹ ਸਾਡੀ ਵੈਬਸਾਈਟ ਜਿਹੜੀ ਹੈਗੀ ਹੈ ਸਾਡੇ ਮਤਲਬ ਦੀ ਹੈ ਕਿ ਨਹੀਂ ਹੈ, ਉਹਦੀ ਸਿਲੈਕਸ਼ਨ ਕਰਾਂਗੇ। ਪਹਿਲਾਂ ਆਇਡੈਂਟੀਫਿਕੇਸ਼ਨ ਕਰਾਂਗੇ ਸਾਰੇ ਸਰੋਤਾਂ ਦੀ, ਫਿਰ ਉਹਦੀ ਆਪਾਂ ਸਿਲੈਕਸ਼ਨ ਕਰਾਂਗੇ, ਚੋਣ ਕਰਾਂਗੇ। ਸੋ ਉਸ ਤੋਂ ਬਾਅਦ ਸਾਡਾ ਜਿਹੜਾ ਤੀਜਾ ਸਟੈਪ ਹੋਏਗਾ ਉਹ ਕੀ ਹੋਏਗਾ, ਉਹ ਹੋਏਗਾ ਸਾਡਾ ਕਲੈਕਸ਼ਨ ਆਫ ਇਨਫੋਰਮੇਸ਼ਨ। ਕਲੈਕਸ਼ਨ ਆਫ ਇਨਫੋਰਮੇਸ਼ਨ ਇਹਦੇ 'ਚ ਅਸੀਂ ਕੀ ਕਰਾਂਗੇ, ਜਦੋਂ ਸਾਨੂੰ ਪਤਾ ਚੱਲ ਗਿਆ ਕਿ ਆਹ ਸਰੋਤ ਨੇ, ਇਹ ਸੋਮੇ ਨੇ ਜਿਹਨਾਂ ਵਿੱਚ ਇਨਫੋਰਮੇਸ਼ਨ ਪਈ ਹੋਈ ਹੈ, ਤਾਂ ਅਸੀਂ ਹੁਣ ਕੀ ਕਰਾਂਗੇ, ਹੁਣ ਅਸੀਂ ਉਸ ਇਨਫੋਰਮੇਸ਼ਨ ਨੂੰ ਉਹਨਾਂ ਇਨਫੋਰਮੇਸ਼ਨ ਦੇ ਸਰੋਤਾਂ ਤੋਂ ਇਨਫੋਰਮੇਸ਼ਨ ਨੂੰ ਕਲੈਕਟ ਕਰਾਂਗੇ। ਉਹਨੂੰ ਕਲੈਕਟ ਕੀਤਾ ਜਾਏਗਾ, ਉਸ ਤੋਂ ਇਨਫੋਰਮੇਸ਼ਨ ਨੂੰ ਪ੍ਰਾਪਤ ਕੀਤਾ ਜਾਏਗਾ। ਇਸ ਵਾਸਤੇ ਅਸੀਂ ਐਫੀਸ਼ੀਐਂਸੀ ਸਾਡੇ 'ਚ ਹੋਣੀ ਚਾਹੀਦੀ ਹੈ ਕਿ ਅਸੀਂ ਅਗਰ ਇਲੈਕਟ੍ਰੋਨਿਕ ਫਾਰਮ 'ਚ ਇਨਫੋਰਮੇਸ਼ਨ ਪਈ ਹੈ, ਕਿਸੇ ਵੈਬਸਾਈਟ 'ਤੇ ਪਈ ਹੈ, ਤਾਂ ਉਹਨੂੰ ਅਸੀਂ ਕਿਵੇਂ ਪ੍ਰੋਕਿਓਰ ਕਰਨਾ, ਉਹਨੂੰ ਕਿਵੇਂ ਐਕਸੈਸ ਕਰਨਾ, ਸਾਨੂੰ ਟੈਕਨੀਕਸ ਪਤਾ ਹੋਣੀਆਂ ਚਾਹੀਦੀਆਂ, ਸਾਨੂੰ ਸਟ੍ਰੈਟਜੀਜ਼ ਪਤਾ ਹੋਣੀਆਂ ਚਾਹੀਦੀਆਂ ਨੇ, ਹੈ ਨਾ। ਸਿੰਪਲ ਸਟ੍ਰੈਟਜੀ ਲਗਾਵਾਂਗੇ ਜਾਂ ਸਿੰਪਲ ਟੈਕਨੀਕ ਲਗਾਵਾਂਗੇ ਜਾਂ ਅਸੀਂ ਐਡਵਾਂਸ ਟੈਕਨੀਕ ਯੂਜ਼ ਕਰਾਂਗੇ, ਠੀਕ ਹੈ। ਅਗਰ ਉਹ ਪੇਡ ਹੈ ਤਾਂ ਅਸੀਂ ਕਿਵੇਂ ਪੇਮੈਂਟ ਦੇਣੀ ਹੈਗੀ ਹੈ ਕੋਈ ਇਨਫੋਰਮੇਸ਼ਨ ਪ੍ਰਾਪਤ ਕਰਨ ਵਾਸਤੇ। ਸੋ ਸਾਨੂੰ ਡਿਫਰੈਂਟ ਜਿਹੜੀਆਂ ਟੈਕਨੀਕਸ ਨੇ ਉਹ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਆਨਲਾਈਨ ਇਨਫੋਰਮੇਸ਼ਨ ਅਸੀਂ ਕਿਵੇਂ ਪ੍ਰਾਪਤ ਕਰਨੀ, ਉਹਦੇ ਵਾਸਤੇ ਅਸੀਂ ਕਿਹੜੇ ਜਿਹੜੇ ਲੀਗਲੀ ਜਿਹੜੀਆਂ ਸਾਡੇ ਵਾਸਤੇ ਕੁਛ ਸਾਡੀਆਂ ਸ਼ਰਤਾਂ ਨੇ, ਅਸੀਂ ਉਹਨਾਂ ਨੂੰ ਕਿਵੇਂ ਪੂਰਾ ਕਰਨਾ, ਠੀਕ ਹੈ। ਇਸ ਤੋਂ ਕਾਪੀਰਾਈਟ ਦਾ ਕਿਵੇਂ ਧਿਆਨ ਰੱਖਣਾ ਹੈਗਾ। ਇਸੇ ਤਰ੍ਹਾਂ ਅਗਰ ਇਨਫੋਰਮੇਸ਼ਨ ਪ੍ਰਿੰਟਡ ਫਾਰਮ 'ਚ ਹੈ ਤਾਂ ਸਾਨੂੰ ਉਹ ਵੀ ਪਤਾ ਹੋਣਾ ਚਾਹੀਦਾ ਕਿ ਅਸੀਂ ਅਗਰ ਬੁੱਕ ਦੇ ਵਿੱਚ ਹੈ ਤਾਂ ਅਸੀਂ ਉਹ ਬੁੱਕ ਜਿਹੜੀ ਹੈਗੀ ਹੈ ਉਸ 'ਚੋਂ ਇਨਫੋਰਮੇਸ਼ਨ ਕਿਵੇਂ ਲੈਣੀ ਹੈ। ਅਗਰ ਉਹ ਬੁੱਕ ਸਾਡੇ ਕੋਲ ਨਹੀਂ ਹੈ ਤਾਂ ਅਸੀਂ ਡਾਕੂਮੈਂਟ ਡਿਲੀਵਰੀ ਦੁਆਰਾ ਅਸੀਂ ਉਹ ਇਨਫੋਰਮੇਸ਼ਨ, ਉਹ ਬੁੱਕ ਜਿਹਦੇ 'ਚ ਉਹ ਇਨਫੋਰਮੇਸ਼ਨ ਅਸੀਂ ਦੂਜੀਆਂ ਲਾਇਬ੍ਰੇਰੀਆਂ ਤੋਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਸੋ ਇਹ ਸਾਰਾ ਕੁਛ ਪਤਾ ਹੋਣਾ ਚਾਹੀਦਾ ਕਿ ਅਸੀਂ ਇਨਫੋਰਮੇਸ਼ਨ ਨੂੰ ਕਲੈਕਟ ਕਿਵੇਂ ਕਰਨਾ। ਸਾਨੂੰ ਕੈਟਾਲੌਗ ਦੇਖਣਾ ਆਉਣਾ ਚਾਹੀਦਾ, ਯੂਨੀਅਨ ਕੈਟਾਲੌਗ ਸਾਨੂੰ ਦੇਖਣਾ ਆਉਣਾ ਚਾਹੀਦਾ, ਉਸ ਇਨਫੋਰਮੇਸ਼ਨ ਦੀ, ਉਹ ਬੁੱਕ ਦੀ ਭਾਲ ਕਰਨੀ ਆਉਣੀ ਚਾਹੀਦੀ ਹੈ ਅਤੇ ਉਸ ਬੁੱਕ 'ਚੋਂ ਇਨਫੋਰਮੇਸ਼ਨ ਸਾਨੂੰ ਬਿਲਕੁਲ ਪ੍ਰਾਪਤ ਕਰਨੀ ਆਉਣੀ ਚਾਹੀਦੀ ਹੈ, ਠੀਕ ਹੈ। ਇਹ ਸਾਰੀ ਪ੍ਰਕਿਰਿਆ ਨੂੰ ਅਸੀਂ ਕਹਾਂਗੇ ਕਲੈਕਸ਼ਨ ਆਫ ਇਨਫੋਰਮੇਸ਼ਨ ਜਾਂ ਪ੍ਰੋਕਿਓਰਮੈਂਟ ਆਫ ਇਨਫੋਰਮੇਸ਼ਨ। ਅਸੀਂ ਇਨਫੋਰਮੇਸ਼ਨ ਨੂੰ ਕਿਵੇਂ ਪ੍ਰਾਪਤ ਕਰਨਾ ਹੈ, ਠੀਕ ਹੈ ਜੀ। ਤੋਂ ਉਸ ਤੋਂ ਬਾਅਦ ਸਾਡਾ ਜਿਹੜਾ ਸਟੈਪ ਹੋਏਗਾ ਉਹ ਹੋਏਗਾ ਅਵੈਲੂਏਸ਼ਨ ਆਫ ਇਨਫੋਰਮੇਸ਼ਨ। ਹੁਣ ਅਸੀਂ ਕੀ ਕਰਾਂਗੇ, ਮੁਲਾਂਕਣ ਕਰਾਂਗੇ। ਮੁਲਾਂਕਣ, ਸੂਚਨਾ ਦਾ ਮੁਲਾਂਕਣ ਭਾਵ ਅਸੀਂ ਇਨਫੋਰਮੇਸ਼ਨ ਨੂੰ ਕਲੈਕਟ ਕਰ ਲਈ, ਠੀਕ ਹੈ, ਸਾਡੇ ਕੋਲ ਇਨਫੋਰਮੇਸ਼ਨ ਹੈਗੀ ਹੈ, ਪ੍ਰੋਕਿਓਰ ਅਸੀਂ ਕਰ ਲਈ। ਹੁਣ ਅਸੀਂ ਕੀ ਦੇਖਾਂਗੇ ਕਿ ਉਸ ਇਨਫੋਰਮੇਸ਼ਨ ਦੀ ਅਸੀਂ ਅਵੈਲੂਏਸ਼ਨ ਕਰਾਂਗੇ ਕਿ ਉਸ ਇਨਫੋਰਮੇਸ਼ਨ ਜੋ ਅਸੀਂ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕੀਤੀ ਹੈ ਕਿ ਉਹ ਇਨਫੋਰਮੇਸ਼ਨ ਅਥੈਂਟਿਕ ਹੈ ਕਿ ਨਹੀਂ ਹੈ, ਇਨਫੋਰਮੇਸ਼ਨ ਕਰੰਟ ਹੈ ਕਿ ਨਹੀਂ ਹੈ, ਉਸ ਇਨਫੋਰਮੇਸ਼ਨ ਦੇ ਵਿੱਚ ਜਿਹੜੀ ਕੋਈ ਮਤਲਬ ਉਹ ਇਨਫੋਰਮੇਸ਼ਨ ਓਬਜੈਕਟਿਵਿਟੀ ਉਹਦੀ ਚੈੱਕ ਕਰਾਂਗੇ ਕਿ ਉਹ ਇਨਫੋਰਮੇਸ਼ਨ ਓਬਜੈਕਟਿਵ ਹੈ ਕਿ ਨਹੀਂ ਹੈ, ਸਬਜੈਕਟਿਵਿਟੀ ਤਾਂ ਨਹੀਂ, ਇਨਫੋਰਮੇਸ਼ਨ ਦੇ ਵਿੱਚ ਪੱਖਪਾਤ ਤਾਂ ਨਹੀਂ ਕੀਤਾ ਹੋਇਆ, ਉਸ ਇਨਫੋਰਮੇਸ਼ਨ ਦਾ ਸਕੋਪ ਕੀ ਹੈ, ਉਸ ਇਨਫੋਰਮੇਸ਼ਨ ਦਾ ਡਿਜ਼ਾਈਨ ਕੀ ਹੈ,
ਇਹ ਸਾਰੀਆਂ ਚੀਜ਼ਾਂ ਉਹਦੀ ਅਥਾਰਟੀ ਚੈੱਕ ਕਰਾਂਗੇ ਕਿ ਉਹ ਇਨਫੋਰਮੇਸ਼ਨ ਕਿੰਨੇ ਪ੍ਰੋਡਿਊਸ ਕੀਤੀ ਹੈ, ਠੀਕ ਹੈ। ਸੋ ਇਹ ਸਾਰਾ ਕੁਝ ਅਸੀਂ ਇਨਫੋਰਮੇਸ਼ਨ ਦੀ ਅਵੈਲਿਊਏਸ਼ਨ ਦੇ ਵਿੱਚ ਚੈੱਕ ਕਰਾਂਗੇ। ਸਾਨੂੰ ਪਤਾ ਹੋਣਾ ਚਾਹੀਦਾ ਕਿ ਇਨਫੋਰਮੇਸ਼ਨ ਦੀ ਅਸੀਂ ਜਿਹੜੀ ਅਵੈਲਿਊਏਸ਼ਨ ਕਰਨੀ ਹੈ ਉਹਦੇ ਵਾਸਤੇ ਇਹਦਾ ਕ੍ਰਾਈਟੀਰੀਆ ਕੀ ਹੈ, ਅਸੀਂ ਉਹਦਾ ਮਾਪਦੰਡ ਕੀ ਹੈ, ਕਿਸ ਆਧਾਰ 'ਤੇ ਅਸੀਂ ਇਨਫੋਰਮੇਸ਼ਨ ਨੂੰ ਅਸੀਂ ਅਵੈਲਿਊਏਟ ਕਰਨਾ ਹੈ, ਉਹਦਾ ਮੁਲਾਂਕਣ ਕਰਨਾ ਹੈ। ਇਹ ਸਾਡੇ ਅੰਦਰ ਜਿਹੜੀ ਹੈਗੀ ਹੈ ਇਹ ਸਾਨੂੰ ਸਕਿੱਲ ਹੋਣਾ ਚਾਹੀਦਾ, ਸਾਡੇ ਅੰਦਰ ਸਕਿੱਲਸ ਹੋਣੇ ਚਾਹੀਦੇ ਨੇ ਕਿ ਅਸੀਂ ਇਨਫੋਰਮੇਸ਼ਨ ਦਾ ਮੁਲਾਂਕਣ ਕਿਸ ਢੰਗ ਦੇ ਨਾਲ ਕਰਨਾ ਹੈਗਾ। ਉਸ ਤੋਂ ਬਾਅਦ ਹੈ ਜੀ ਅਨੈਲਿਸਿਸ ਆਫ ਇਨਫੋਰਮੇਸ਼ਨ। ਜਦੋਂ ਅਸੀਂ ਅਵੈਲਿਊਏਸ਼ਨ ਕਰ ਲਈ ਇਨਫੋਰਮੇਸ਼ਨ ਦੀ, ਅਗਲਾ ਸਟੈਪ ਸਾਡਾ ਕੀ ਹੋਏਗਾ ਕਿ ਅਸੀਂ ਇਨਫੋਰਮੇਸ਼ਨ ਦਾ ਅਨੈਲਿਸਿਸ ਕਰਨਾ ਹੈ, ਉਹਦਾ ਵਿਸ਼ਲੇਸ਼ਣ ਕਰਨਾ ਹੈ। ਇਨਫੋਰਮੇਸ਼ਨ ਦਾ ਵਿਸ਼ਲੇਸ਼ਣ ਕੀ ਹੁੰਦਾ ਹੈ ਕਿ ਅਸੀਂ ਇਨਫੋਰਮੇਸ਼ਨ ਨੂੰ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡ ਕਰਕੇ ਅਸੀਂ ਉਹਨਾਂ ਪਾਰਟਸ ਨੂੰ ਦੇਖਣਾ ਹੈ ਕਿ ਉਹਨਾਂ ਵਿੱਚੋਂ ਕਿਹੜਾ ਪਾਰਟ ਜਿਹੜਾ ਹੈਗਾ ਉਹ ਜ਼ਿਆਦਾ ਇੰਪੋਰਟੈਂਟ ਹੈ ਸਟੂਡੈਂਟਸ ਦੀਆਂ ਜ਼ਰੂਰਤਾਂ ਦੇ ਲਈ, ਔਰ ਕਿਹੜਾ ਪਾਰਟ ਜਿਹੜਾ ਹੈਗਾ ਉਹ ਘੱਟ ਇੰਪੋਰਟੈਂਟ ਹੈ। ਸੋ ਇਨਫੋਰਮੇਸ਼ਨ ਅਨੈਲਿਸਿਸ ਦੇ ਵਿੱਚ ਇਨਫੋਰਮੇਸ਼ਨ ਨੂੰ ਡਿਫਰੈਂਟ ਪਾਰਟਸ ਦੇ ਵਿੱਚ ਬ੍ਰੇਕ ਆਊਟ ਕੀਤਾ ਜਾਂਦਾ ਹੈ, ਔਰ ਉਹਨਾਂ ਸਾਰੀ ਇਨਫੋਰਮੇਸ਼ਨ ਨੂੰ ਤੋੜ ਕੇ ਵੱਖ-ਵੱਖ ਟੁਕੜਿਆਂ ਦੇ ਵਿੱਚ ਉਹਨਾਂ ਟੁਕੜਿਆਂ ਨੂੰ ਘੋਖਿਆ ਜਾਂਦਾ ਹੈ, ਉਹਨਾਂ ਨੂੰ ਮਾਈਨਿਊਟਲੀ ਚੈੱਕ ਕੀਤਾ ਜਾਂਦਾ ਹੈ ਕਿ ਕਿਹੜੀ ਇਨਫੋਰਮੇਸ਼ਨ ਦਾ ਕਿਹੜਾ ਪਾਰਟ ਜਿਹੜਾ ਹੈਗਾ ਉਹ ਯੂਜ਼ਰਸ ਦੀਆਂ ਲੋੜਾਂ ਦੇ ਨਾਲ ਬਿਲਕੁਲ ਢੁਕਵਾਂ ਹੈਗਾ, ਅਤੇ ਕਿਹੜਾ ਪਾਰਟ ਜਿਹੜਾ ਘੱਟ ਢੁਕਵਾਂ ਹੈ, ਅਤੇ ਕਿਹੜਾ ਪਾਰਟ ਜਿਹੜਾ ਹੈਗਾ ਸੂਚਨਾ ਦਾ ਉਹ ਬਿਲਕੁਲ ਢੁਕਵਾਂ ਨਹੀਂ ਹੈ। ਕਿਹੜੀ ਇਨਫੋਰਮੇਸ਼ਨ ਜਿਹੜੀ ਹੈ ਬਿਲਕੁਲ ਯੂਜ਼ਰ ਵਾਸਤੇ ਜ਼ਰੂਰੀ ਨਹੀਂ ਹੈ। ਉਹਨਾਂ ਨੂੰ ਪ੍ਰਾਇਓਰਿਟੀ ਦਿੱਤੀ ਜਾਂਦੀ, ਕਿਹੜੀ ਇਨਫੋਰਮੇਸ਼ਨ ਇੰਪੋਰਟੈਂਟ ਹੈ, ਉਹਨਾਂ ਨੂੰ ਕੈਟੇਗਰਾਈਜ਼ ਕੀਤਾ ਜਾਂਦਾ, ਉਹਦੀ ਕਲਾਸੀਫਿਕੇਸ਼ਨ ਕੀਤੀ ਜਾਂਦੀ ਹੈ, ਉਹਨੂੰ ਸ਼੍ਰੇਣੀਬੱਧ ਕੀਤਾ ਜਾਂਦਾ ਹੈ। ਜਿਹੜੀ ਜ਼ਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਉਹਨੂੰ ਅੱਡ ਕੀਤਾ ਜਾਂਦਾ ਹੈ, ਜਿਹੜੀ ਘੱਟ ਹੈ ਉਹਨੂੰ ਅੱਡ ਕੀਤਾ ਜਾਂਦਾ, ਜਿਹੜੀ ਬਿਲਕੁਲ ਇੰਪੋਰਟੈਂਟ ਨਹੀਂ ਹੈਗੀ ਉਹਨੂੰ ਅੱਡ ਕੀਤਾ ਜਾਂਦਾ। ਇਸ ਤਰ੍ਹਾਂ ਦੀ ਇਹ ਸਾਰੀ ਪ੍ਰਕਿਰਿਆ ਜਿਹੜੀ ਹੈਗੀ ਹੈ ਕੈਟੇਗਰਾਈਜ਼ ਕਰਨ ਦੀ ਇਨਫੋਰਮੇਸ਼ਨ ਨੂੰ, ਅਸੀਂ ਇਹਨੂੰ ਇਨਫੋਰਮੇਸ਼ਨ ਅਨੈਲਿਸਿਸ ਦਾ ਨਾਮ ਦਿੰਦੇ ਹਾਂ। ਇਹਦਾ ਵਿਸ਼ਲੇਸ਼ਣ ਕੀਤਾ ਜਾਂਦਾ ਇਨਫੋਰਮੇਸ਼ਨ ਦੀ, ਜਿਹੜੀ ਉਹਦੀ ਲੋੜ ਦੇ ਮੁਤਾਬਕ ਮੈਚਿੰਗ ਕੀਤੀ ਜਾਂਦੀ ਹੈ ਯੂਜ਼ਰਸ ਦੀਆਂ ਲੋੜਾਂ ਦੇ ਨਾਲ, ਜਿਹੜੀਆਂ ਉਹਨਾਂ ਦੀਆਂ ਸੂਚਨਾ ਸੰਬੰਧੀ ਲੋੜਾਂ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਸੂਚਨਾ ਜਿਹੜੀ ਪ੍ਰਾਪਤ ਕੀਤੀ ਹੈ ਉਹਦੇ ਨਾਲ ਉਹਦੇ ਪਾਰਟਸ ਜਿਹੜੇ ਨੇ ਉਹਨਾਂ ਨੂੰ ਵਿੱਚ ਵੰਡ ਕੇ ਉਹਦੀ ਮੈਚਿੰਗ ਕੀਤੀ ਜਾਂਦੀ ਹੈ ਯੂਜ਼ਰਸ ਦੀਆਂ ਲੋੜਾਂ ਦੇ ਨਾਲ, ਕਿ ਮੈਚਿੰਗ ਕਿੰਨੀ ਕੁ ਹੋ ਰਹੀ ਹੈ। ਤਾਂ ਇਸ ਸਾਰੀ ਪ੍ਰਕਿਰਿਆ ਨੂੰ ਅਸੀਂ ਇਨਫੋਰਮੇਸ਼ਨ ਅਨੈਲਿਸਿਸ ਦਾ ਨਾਮ ਦਿੰਦੇ ਹਾਂ। ਉਸ ਤੋਂ ਬਾਅਦ ਹੈ ਜੀ ਕੰਸੋਲੀਡੇਸ਼ਨ ਆਫ ਇਨਫੋਰਮੇਸ਼ਨ। ਕੰਸੋਲੀਡੇਸ਼ਨ ਆਫ ਇਨਫੋਰਮੇਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਜਿਹੜੀ ਇਨਫੋਰਮੇਸ਼ਨ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕੀਤੀ ਹੈ, ਉਸ ਇਨਫੋਰਮੇਸ਼ਨ ਨੂੰ ਵੱਖ-ਵੱਖ ਸਰੋਤਾਂ ਤੋਂ ਪ੍ਰਾਪਤ ਕਰਕੇ ਉਹਦਾ ਮੁਲਾਂਕਣ ਕਰਕੇ ਫਿਰ ਅਸੀਂ ਉਸ ਇਨਫੋਰਮੇਸ਼ਨ ਨੂੰ ਕੰਸੋਲੀਡੇਟ ਕਰਦੇ ਹਾਂ। ਕੰਸੋਲੀਡੇਟ ਦਾ ਭਾਵ ਕੀ ਹੁੰਦਾ ਹੈ ਕਿ ਉਸ ਇਨਫੋਰਮੇਸ਼ਨ ਨੂੰ ਇਕੱਠਾ ਕੀਤਾ ਜਾਂਦਾ ਹੈ, ਉਹਨੂੰ ਤਰਤੀਬਬੱਧ ਕੀਤਾ ਜਾਂਦਾ ਹੈ, ਉਹਨੂੰ ਕੰਪਾਈਲ ਕੀਤਾ ਜਾਂਦਾ ਹੈ। ਸੋ ਕੰਸੋਲੀਡੇਸ਼ਨ ਦੇ ਵਿੱਚ ਫਸਟ ਹੈ ਕਿ ਕੰਪਾਈਲੇਸ਼ਨ, ਉਹ ਸਾਰੀ ਇਨਫੋਰਮੇਸ਼ਨ ਜਿਹੜੀ ਵੱਖ-ਵੱਖ ਸਰੋਤਾਂ ਤੋਂ ਲਈ ਹੈ, ਉਹ ਸਰੋਤ ਡਿਫਰੈਂਟ ਫਾਰਮੈਟਸ ਦੇ ਰੂਪ 'ਚ ਹੋ ਸਕਦੇ ਨੇ, ਉਹ ਆਡੀਓ ਫਾਰਮ 'ਚ, ਵੀਡੀਓ ਫਾਰਮ 'ਚ ਹੋ ਸਕਦੇ ਨੇ, ਉਹ ਟੈਕਸਟ ਫਾਰਮ 'ਚ ਹੋ ਸਕਦੇ ਨੇ, ਉਹ ਸਰੋਤ ਵੱਖ-ਵੱਖ ਫਾਰਮੈਟਸ ਦੇ ਵਿੱਚ ਹੋ ਸਕਦੇ ਨੇ। ਸੋ ਉਹਨਾਂ ਸਾਰੇ ਸਰੋਤਾਂ ਤੋਂ ਲਈ ਹੋਈ ਇਨਫੋਰਮੇਸ਼ਨ ਨੂੰ ਕੰਪਾਈਲ ਕੀਤਾ ਜਾਂਦਾ ਹੈ, ਇਕੱਠਾ ਕੀਤਾ ਜਾਂਦਾ ਹੈ, ਅਤੇ ਉਹਨੂੰ ਤਰਤੀਬਬੱਧ ਕੀਤਾ ਜਾਂਦਾ ਹੈ, ਭਾਵ ਉਹਨੂੰ ਇੱਕ ਸੀਕੁਐਂਸ ਦੇ ਵਿੱਚ ਜਿਹੜਾ ਹੈਗਾ ਪ੍ਰੈਜੈਂਟ ਕੀਤਾ ਜਾਂਦਾ ਹੈ, ਤਾਂ ਕਿ ਇਨਫੋਰਮੇਸ਼ਨ ਇੱਕ ਫਲੋ ਦੇ ਵਿੱਚ ਜਿਹੜੀ ਹੈਗੀ ਆ ਉਹਦਾ ਪ੍ਰਗਟਾਵਾ ਹੋ ਸਕੇ। ਜਦੋਂ ਇਨਫੋਰਮੇਸ਼ਨ ਇੱਕ ਫਲੋ ਦੇ ਵਿੱਚ ਹੋਏਗੀ ਤਾਂ ਉਸ ਨੂੰ ਆਸਾਨੀ ਦੇ ਨਾਲ ਸਮਝਿਆ ਜਾ ਸਕਦਾ, ਉਹਨੂੰ ਲਿੰਕ ਕੀਤਾ ਜਾਂਦਾ ਇੱਕ ਟੁਕੜੇ ਨੂੰ ਦੂਜੇ ਟੁਕੜੇ ਦੇ ਨਾਲ, ਤਾਂ ਕਿ ਉਸ ਇਨਫੋਰਮੇਸ਼ਨ ਨੂੰ ਇੱਕ ਫਲੋ ਦੇ ਵਿੱਚ ਸਮਝਿਆ ਜਾ ਸਕੇ, ਤਾਂ ਕਿ ਉਹਨੂੰ ਇਨਫੋਰਮੇਸ਼ਨ ਜਿਹੜੀ ਹੈਗੀ ਉਹਦੀ ਗ੍ਰੈਸਪ ਅੱਛੀ ਤਰੀਕੇ ਦੇ ਨਾਲ ਯੂਜ਼ਰ ਕਰ ਸਕਣ। ਇਸ ਤੋਂ ਇਲਾਵਾ ਕੰਪਾਈਲੇਸ਼ਨ ਤੋਂ ਇਲਾਵਾ ਇਹਦੇ ਵਿੱਚ ਹੋਰ ਕੀ ਕੰਮ ਹੁੰਦਾ ਹੈਗਾ ਕੰਸੋਲੀਡੇਸ਼ਨ ਦੇ ਵਿੱਚ। ਨੰਬਰ 2, ਅਗਰ ਕੋਈ ਇਨਫੋਰਮੇਸ਼ਨ ਸਪੋਜ਼ ਕਿਸੇ ਹੋਰ ਫੋਰਨ ਲੈਂਗੁਏਜ ਤੋਂ ਦਾ ਸਰੋਤ ਸੀ, ਉਹ ਤੋਂ ਲਈ ਗਈ ਹੈ, ਤਾਂ ਉਸਨੂੰ ਯੂਜ਼ਰ ਦੀ ਭਾਸ਼ਾ ਦੇ ਵਿੱਚ ਉਹਦਾ ਅਨੁਵਾਦ ਕੀਤਾ ਜਾਂਦਾ, ਉਹਨੂੰ ਟਰਾਂਸਲੇਟ ਕੀਤਾ ਜਾਂਦਾ, ਤਾਂ ਕਿ ਯੂਜ਼ਰ ਆਸਾਨੀ ਦੇ ਨਾਲ ਉਸ ਇਨਫੋਰਮੇਸ਼ਨ ਨੂੰ ਸਮਝ ਸਕੇ। ਨੰਬਰ 3, ਅਗਰ ਕੋਈ ਇਨਫੋਰਮੇਸ਼ਨ ਸਪੋਜ਼ ਕਰੋ ਕਿਸੇ ਟੈਕਨੀਕਲ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ, ਮੰਨ ਲਓ ਕਿਸੇ ਪ੍ਰਾਇਮਰੀ ਸਰੋਤ ਤੋਂ ਲਈ ਹੈ, ਜਿਹਦੀ ਕਿ ਟੈਕਨੀਕਲ ਭਾਸ਼ਾ ਸੀ, ਜਿਹੜੀ ਕਿ ਯੂਜ਼ਰ ਆਸਾਨੀ ਦੇ ਨਾਲ ਉਹਨੂੰ ਸਮਝ ਨਹੀਂ ਸਕਦਾ, ਤਾਂ ਕੀ ਕੀਤਾ ਜਾਂਦਾ ਹੈ ਕਿ ਉਸ ਭਾਸ਼ਾ ਨੂੰ ਆਸਾਨ ਭਾਸ਼ਾ ਦੇ ਵਿੱਚ ਤਬਦੀਲ ਕੀਤਾ ਜਾਂਦਾ, ਤਾਂ ਕਿ ਯੂਜ਼ਰ ਉਸ ਭਾਸ਼ਾ ਦੇ ਵਿੱਚ ਆਪਣੀ ਭਾਸ਼ਾ ਜਿਹੜੀ ਆਸਾਨ ਭਾਸ਼ਾ ਦੇ ਵਿੱਚ ਉਸ ਇਨਫੋਰਮੇਸ਼ਨ ਨੂੰ ਚੰਗੇ ਤਰੀਕੇ ਦੇ ਨਾਲ ਗ੍ਰੈਸਪ ਕਰ ਸਕੇ, ਸਮਝ ਸਕੇ। ਇਸ ਤੋਂ ਇਲਾਵਾ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹਨੂੰ
ਇੱਕ ਪ੍ਰਿੰਸੀਪਲਸ ਆਫ ਹੈਲਪਫੁਲ ਸੀਕੁਐਂਸ ਦੇ ਮੁਤਾਬਕ ਉਸ ਇਨਫੋਰਮੇਸ਼ਨ ਨੂੰ ਇੱਕ ਅਰੇਂਜ ਕੀਤਾ ਜਾਂਦਾ ਹੈ, ਤਰਤੀਬ ਦਿੱਤੀ ਜਾਂਦੀ ਹੈ। ਇਹ ਸਾਰਾ ਕੰਮ ਜਿਹੜਾ ਹੈਗਾ ਇਹ ਕੰਸੋਲੀਡੇਸ਼ਨ ਦੇ ਵਿੱਚ ਕੀਤਾ ਜਾਂਦਾ ਹੈ। ਕੰਸੋਲੀਡੇਟ ਕਰਨਾ ਭਾਵ ਇਕੱਤਰਿਤ ਕਰਨਾ, ਸਾਰੀ ਚੀਜ਼ ਨੂੰ ਮਤਲਬ ਕੰਬਾਈਨ ਕਰਨਾ, ਜੋੜਨਾ, ਇਕੱਠਾ ਕਰਨਾ, ਕੰਪਾਈਲ ਕਰਨਾ ਉਹਨੂੰ, ਹੈ ਨਾ, ਵੱਖ-ਵੱਖ ਟੁਕੜਿਆਂ ਨੂੰ। ਸੋ ਇਸ ਸਾਰੇ ਪ੍ਰਕਿਰਿਆ ਨੂੰ ਅਸੀਂ ਕੰਸੋਲੀਡੇਸ਼ਨ ਦਾ ਨਾਮ ਦਿੰਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਪੈਕੇਜਿੰਗ ਆਫ ਇਨਫੋਰਮੇਸ਼ਨ। ਪੈਕੇਜਿੰਗ ਆਫ ਇਨਫੋਰਮੇਸ਼ਨ ਕੀ ਹੈ? ਪੈਕੇਜਿੰਗ ਜਿਹਦਾ ਇਨਫੋਰਮੇਸ਼ਨ ਦਾ ਭਾਵ ਇਹ ਹੈ ਕਿ ਜੋ ਇਨਫੋਰਮੇਸ਼ਨ ਅਸੀਂ ਕੰਪਾਈਲ ਕਰ ਲਈ ਹੈ, ਇਕੱਠੀ ਕਰ ਲਈ ਹੈ ਇਨਫੋਰਮੇਸ਼ਨ, ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਨੂੰ ਪੈਕੇਜਿੰਗ ਉਹਦੀ ਕੀਤੀ ਜਾਂਦੀ ਹੈ। ਪੈਕੇਜਿੰਗ ਭਾਵ ਹੁੰਦਾ ਕਿ ਉਹਨੂੰ ਫਿਜ਼ੀਕਲ ਬਾਡੀ ਪ੍ਰੋਵਾਈਡ ਕੀਤੀ ਜਾਂਦੀ ਹੈ, ਉਹਨੂੰ ਮੀਡੀਅਮ ਪ੍ਰੋਵਾਈਡ ਕੀਤਾ ਜਾਂਦਾ ਕਿ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਉਹ ਆਡੀਓ ਫਾਰਮ 'ਚ ਹੋਏਗੀ, ਵੀਡੀਓ ਫਾਰਮ 'ਚ ਹੋਏਗੀ, ਜਾਂ ਉਹ ਟੈਕਸਟ ਫਾਰਮ ਦੇ ਵਿੱਚ ਹੋਏਗੀ, ਜਾਂ ਮਲਟੀਮੀਡੀਆ ਫਾਰਮ ਦੇ ਵਿੱਚ ਹੋਏਗੀ, ਜਾਂ ਗ੍ਰਾਫਿਕਸ ਦੇ ਵਿੱਚ ਹੋਏਗੀ। ਉਹਦਾ ਮੀਡੀਆ ਨਿਰਧਾਰਿਤ ਕੀਤਾ ਜਾਂਦਾ ਕਿ ਉਹ ਕਿਸ ਮੀਡੀਅਮ ਦੇ ਵਿੱਚ ਹੋਏਗੀ ਇਨਫੋਰਮੇਸ਼ਨ। ਸੋ ਉਹਦੀ ਫਿਜ਼ੀਕਲ ਬਾਡੀ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਕਿ ਉਸ ਇਨਫੋਰਮੇਸ਼ਨ ਕੰਟੈਂਟਸ ਨੂੰ ਯੂਜ਼ਰਸ ਕਿਵੇਂ ਸਮਝ ਸਕਦੇ ਨੇ। ਸੋ ਜਦੋਂ ਅਸੀਂ ਮੀਡੀਅਮ ਦੇਖਣਾ ਹੈਗਾ, ਉਹਨੂੰ ਮੀਡੀਅਮ ਕਿਹੜਾ ਦੇਵਾਂਗੇ ਜਾਂ ਉਹਦੀ ਫਿਜ਼ੀਕਲ ਬਾਡੀ ਕਿਹੜੀ ਦੇਵਾਂਗੇ, ਉਹਦੇ ਵਿੱਚ ਵੀ ਅਸੀਂ ਯੂਜ਼ਰਸ ਦੀਆਂ ਲੋੜਾਂ ਨੂੰ ਧਿਆਨ 'ਚ ਰੱਖਣਾ। ਅਗਰ ਉਹ ਬੱਚੇ ਨੇ, ਹੋ ਸਕਦਾ ਉਹ ਵੀਡੀਓ ਪਸੰਦ ਕਰਨ, ਅਗਰ ਉਹ ਮਤਲਬ ਯੰਗ ਨੇ, ਹੋ ਸਕਦਾ ਉਹ ਟੈਕਸਟ ਪਸੰਦ ਕਰਨ। ਠੀਕ ਹੈ। ਅਗਰ ਉਹ ਬਲਾਈਂਡ ਨੇ, ਹੋ ਸਕਦਾ ਤਾਂ ਉਹ ਆਡੀਓ ਪਸੰਦ ਕਰਨਗੇ, ਹੈ ਨਾ, ਉਹਨਾਂ ਨੂੰ ਆਡੀਓ ਦੀ ਰਿਕੁਆਇਰਮੈਂਟ ਹੈਗੀ ਹੈ। ਸੋ ਯੂਜ਼ਰਸ ਦੀਆਂ ਲੋੜਾਂ ਮੁਤਾਬਕ, ਉਹਨਾਂ ਦੇ ਲੈਵਲ ਦੇ ਮੁਤਾਬਕ, ਠੀਕ ਹੈ, ਉਹਨਾਂ ਦੀ ਸੁਵਿਧਾ ਦੇ ਮੁਤਾਬਕ ਜਿਹੜੀ ਹੈਗਾ ਉਹਨਾਂ ਨੂੰ ਫਿਜ਼ੀਕਲ ਬਾਡੀ ਪ੍ਰੋਵਾਈਡ ਕੀਤੀ ਜਾਂਦੀ ਹੈ। ਉਸ ਇਨਫੋਰਮੇਸ਼ਨ ਨੂੰ ਮੀਡੀਅਮ ਪ੍ਰੋਵਾਈਡ ਕੀਤਾ ਜਾਂਦਾ ਤਾਂ ਕਿ ਯੂਜ਼ਰ ਅੱਛੇ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨੂੰ ਅੰਡਰਸਟੈਂਡ ਕਰ ਸਕੇ, ਇਨਫੋਰਮੇਸ਼ਨ ਨੂੰ ਸਮਝ ਸਕੇ। ਸੋ ਇਸ ਸਾਰੀ ਪ੍ਰਕਿਰਿਆ ਨੂੰ ਅਸੀਂ ਪੈਕੇਜਿੰਗ ਦਾ ਨਾਮ ਦਿੰਦੇ ਹਾਂ। ਇਸ ਤੋਂ ਇਲਾਵਾ ਪੈਕੇਜਿੰਗ ਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੁੰਦੀ ਹੈ ਜੋ ਅਸੀਂ ਧਿਆਨ 'ਚ ਰੱਖਣੀ ਹੈ ਕਿ ਅਸੀਂ ਇਨਫੋਰਮੇਸ਼ਨ ਦਾ ਜਿਹੜਾ ਸਟਰਕਚਰ ਹੈ, ਉਹਦੀ ਬਣਤਰ ਹੈ, ਉਹ ਵੀ ਅਸੀਂ ਜਿਹੜੀ ਹੈਗੀ ਆ ਉਹ ਪੈਕੇਜਿੰਗ ਦੇ ਵਿੱਚ ਨਿਰਧਾਰਿਤ ਕਰਦੇ ਹਾਂ ਕਿ ਉਹਦੀ ਆਊਟਲੁੱਕ ਕਿਵੇਂ ਦੀ ਹੋਏਗੀ। ਉਹਦੇ 'ਚ ਅਗਰ ਮੰਨ ਲਓ ਸਪੋਜ਼ ਕਰੋ ਫੋਰ ਐਗਜ਼ਾਮਪਲ ਅਗਰ ਟੈਕਸਟ ਫਾਰਮ ਦੇ ਵਿੱਚ ਹੈ, ਉਹਦਾ ਸਟਰਕਚਰ ਕੀ ਹੋਏਗਾ, ਉਹਦਾ ਢਾਂਚਾ ਕੀ ਹੋਏਗਾ, ਉਹ ਇਨਫੋਰਮੇਸ਼ਨ ਨੂੰ ਅਸੀਂ ਕਿੱਥੇ ਕਿਸ ਟੈਕਸਟ ਦੇ ਰੂਪ ਦੇ ਵਿੱਚ ਦੇਣਾ ਹੈ, ਕਿੱਥੇ ਅਸੀਂ ਕਲਰਫੁਲ ਹੋਣੀ ਹੈ ਉਹ ਟੈਕਸਟ ਹੋਏਗਾ, ਕਿੱਥੇ ਬੋਲਡ ਹੋਏਗਾ, ਕਿੱਥੇ ਪਿਕਚਰਸ ਹੋਣਗੀਆਂ, ਵਿੱਚ ਫੋਟੋਗ੍ਰਾਫਸ ਹੋਣਗੀਆਂ, ਕਿੱਥੇ ਅਸੀਂ ਕੋਈ ਗ੍ਰਾਫ ਯੂਜ਼ ਕਰਨਾ, ਕਿ ਭਾਵ ਉਹਦਾ ਸਟਰਕਚਰ ਕੀ ਹੋਏਗਾ, ਉਹਦਾ ਸਟਰਕਚਰ, ਉਹਦਾ ਢਾਂਚਾ ਕੀ ਹੋਏਗਾ ਜੀ। ਇਹ ਸਾਰਾ ਕੁਝ ਅਸੀਂ ਨਿਰਧਾਰਿਤ ਜਿਹੜਾ ਹੈਗਾ ਉਹਦੀ ਫਿਜ਼ੀਕਲ ਫਾਰਮ ਦੇ ਵਿੱਚ ਅਸੀਂ ਨਿਰਧਾਰਿਤ ਕਰਾਂਗੇ ਜਦੋਂ ਉਹਨੂੰ ਅਸੀਂ ਫਿਜ਼ੀਕਲ ਬਾਡੀ ਪ੍ਰੋਵਾਈਡ ਕਰਨੀ ਹੈ। ਠੀਕ ਹੈ ਜੀ। ਤੋ ਇਹ ਸਾਰਾ ਕੰਮ ਨੂੰ ਅਸੀਂ ਜਿਹੜਾ ਹੈਗਾ ਪੈਕੇਜਿੰਗ ਦਾ ਨਾਮ ਦਿੰਦੇ ਹਾਂ। ਪੈਕੇਜਿੰਗ ਜਿਹੜਾ ਬਣਿਆ ਹੋਇਆ ਜਦੋਂ ਅਸੀਂ ਕਿਸੇ ਇਨਫੋਰਮੇਸ਼ਨ ਨੂੰ ਪੈਕਟ ਪ੍ਰੋਵਾਈਡ ਕਰਦੇ ਹਾਂ, ਸੋ ਉਹਨੂੰ ਫਿਜ਼ੀਕਲ ਬਾਡੀ ਪ੍ਰੋਵਾਈਡ ਕਰਦੇ ਹਾਂ। ਇਸ ਤੋਂ ਇਲਾਵਾ ਨੈਕਸਟ ਸਟੈਪ ਹੈ ਰੀਪੈਕੇਜਿੰਗ ਆਫ ਇਨਫੋਰਮੇਸ਼ਨ ਇਫ ਰਿਕੁਆਇਰਡ। ਅਗਰ ਰਿਕੁਆਇਰਡ ਹੈ ਤਾਂ ਉਹਦੀ ਇਨਫੋਰਮੇਸ਼ਨ ਨੂੰ ਅਸੀਂ ਰੀਪੈਕੇਜਿੰਗ ਵੀ ਕਰਦੇ ਹਾਂ। ਸੋ ਇਸ ਸਟੈਪ ਨੂੰ ਅਸੀਂ ਪੈਕੇਜਿੰਗ ਐਂਡ ਰੀਪੈਕੇਜਿੰਗ ਆਫ ਇਨਫੋਰਮੇਸ਼ਨ ਦਾ ਨਾਮ ਵੀ ਦੇ ਸਕਦੇ, ਜਿਹਦੇ ਵਿੱਚ ਅਸੀਂ ਰੀਪੈਕੇਜਿੰਗ ਵੀ ਇਨਕਲੂਡ ਕਰ ਸਕਦੇ ਹਾਂ। ਰੀਪੈਕੇਜਿੰਗ ਦਾ ਭਾਵ ਇਹ ਹੈ ਕਿ ਉਹ ਇਨਫੋਰਮੇਸ਼ਨ ਨੂੰ ਅਸੀਂ ਜਿਹੜੀ ਫਿਜ਼ੀਕਲ ਬਾਡੀ ਪ੍ਰੋਵਾਈਡ ਕਰਨੀ ਹੈ, ਮੀਡੀਅਮ ਪ੍ਰੋਵਾਈਡ ਕਰਨਾ ਹੈ, ਉਹ ਅਸੀਂ ਯੂਜ਼ਰਸ ਦੀਆਂ ਲੋੜਾਂ ਦੇ ਮੁਤਾਬਕ ਉਹ 'ਚ ਚੇਂਜ ਵੀ ਕਰ ਸਕਦੇ ਹਾਂ। ਅਸੀਂ ਅਗਰ ਜ਼ਰੂਰਤ ਹੈ ਯੂਜ਼ਰਸ ਨੂੰ ਜਾਂ ਉਹਨਾਂ ਦੀਆਂ ਲੋੜਾਂ ਨੇ, ਅਤੇ ਅਸੀਂ ਆਲਰੇਡੀ ਜਿਹੜੀ ਉਸ ਇਨਫੋਰਮੇਸ਼ਨ ਕੰਟੈਂਟਸ ਦੀ ਆਲਰੇਡੀ ਫਿਜ਼ੀਕਲ ਕੋਈ ਮੀਡੀਅਮ ਹੈ, ਠੀਕ ਹੈ, ਉਹਨੂੰ ਯੂਜ਼ਰ ਦੀਆਂ ਲੋੜਾਂ ਦੇ ਮੁਤਾਬਕ ਚੇਂਜ ਕੀਤਾ ਜਾ ਸਕਦਾ ਹੈ। ਭਾਵ ਅਗਰ ਆਲਰੇਡੀ ਇਨਫੋਰਮੇਸ਼ਨ ਕੰਟੈਂਟਸ ਸਪੋਜ਼ ਕਰੋ ਟੈਕਸਟ ਫਾਰਮ 'ਚ ਨੇ, ਲੇਕਿਨ ਯੂਜ਼ਰਸ ਨੂੰ ਚਾਹੀਦਾ ਹੈ ਕਿ ਉਹ ਇਨਫੋਰਮੇਸ਼ਨ ਵੀਡੀਓ ਫਾਰਮ ਦੇ ਵਿੱਚ ਪ੍ਰੋਵਾਈਡ ਕੀਤੀ ਜਾਵੇ, ਕਿਸੇ ਵੀਡੀਓ ਫਾਰਮ ਦੇ ਵਿੱਚ, ਜਾਂ ਉਹ ਆਡੀਓ ਫਾਰਮ 'ਚ ਪ੍ਰੋਵਾਈਡ ਕੀਤੀ ਜਾਵੇ, ਜਾਂ ਉਹ ਮਲਟੀਮੀਡੀਆ ਫਾਰਮ ਦੇ ਵਿੱਚ ਪ੍ਰੋਵਾਈਡ ਕੀਤੀ ਜਾਵੇ, ਤਾਂ ਉਸ ਢੰਗ ਦੇ ਨਾਲ ਉਸ ਨੂੰ ਕਨਵਰਟ ਕੀਤਾ ਜਾਂਦਾ ਹੈ। ਯੂਜ਼ਰ ਦੀਆਂ ਲੋੜਾਂ ਦੇ ਮੁਤਾਬਕ ਉਹਨੂੰ ਫਿਜ਼ੀਕਲ ਜਿਹੜਾ ਮੀਡੀਅਮ ਹੈ ਉਹ ਪ੍ਰੋਵਾਈਡ ਕੀਤਾ ਜਾਂਦਾ ਹੈਗਾ, ਯੂਜ਼ਰ ਦੀਆਂ ਲੋੜਾਂ ਦੇ ਮੁਤਾਬਕ, ਉਹਨਾਂ ਯੂਜ਼ਰ ਦੀਆਂ ਸੁਵਿਧਾ ਨੂੰ ਮੁਤਾਬਕ ਉਹਨੂੰ ਚੇਂਜ ਕੀਤਾ ਜਾਂਦਾ। ਸੋ ਇਸ ਕੰਮ ਨੂੰ, ਇਸ ਪ੍ਰਕਿਰਿਆ ਹੈਗੀ ਆ, ਉਹਨੂੰ ਅਸੀਂ ਰੀਪੈਕੇਜਿੰਗ ਦਾ ਨਾਮ ਦਿੰਦੇ ਹੈਗੇ ਆ। ਰੀਪੈਕੇਜਿੰਗ ਦਾ ਨਾਮ ਇਸ ਨੂੰ ਅਸੀਂ ਦੇਵਾਂਗੇ। ਨੈਕਸਟ ਸਟੈਪ ਹੈ ਜੀ ਮਾਰਕੀਟਿੰਗ ਆਫ IACR ਪ੍ਰੋਡਕਟਸ। ਹੁਣ ਜਦੋਂ ਅਸੀਂ IACR ਸਾਡੇ ਕੋਲ ਪ੍ਰੋਡਕਟ ਬਣ ਗਏ,
क्योंकि ਆਪਾਂ ਪਹਿਲਾਂ ਵੀ ਇਹ ਗੱਲ ਤੁਹਾਨੂੰ ਦੱਸੀ ਹੈ ਕਿ ਜਿਹੜੇ IACR ਸਰਵਿਸ ਹੈ ਇਹ IACR ਪ੍ਰੋਡਕਟ ਬਣਾ ਕੇ ਜਿਹੜੀ ਹੈਗੇ ਨੇ ਉਹਨਾਂ ਦੇ ਰੂਪ ਦੇ ਵਿੱਚ ਦਿੱਤੀ ਜਾਂਦੀ ਹੈ। ਜਦੋਂ ਅਸੀਂ IACR ਪ੍ਰੋਡਕਟ ਤਿਆਰ ਹੋ ਗਏ ਸਾਡੇ ਕੋਲ ਤਾਂ ਅਸੀਂ ਨੈਕਸਟ ਸਟੈਪ ਕੀ ਹੋਏਗਾ ਕਿ ਉਹ IACR ਪ੍ਰੋਡਕਟਸ ਦੀ ਮਾਰਕੀਟਿੰਗ ਕੀਤੀ ਜਾਏਗੀ। ਮਾਰਕੀਟਿੰਗ ਇੱਕ ਅਜਿਹਾ ਪ੍ਰੋਸੈਸ ਹੈ ਜਿਸ ਵਿੱਚ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਨੇ, ਜਿਹਦੇ 'ਚ ਐਡਵਰਟਾਈਜ਼ਮੈਂਟ ਸ਼ਾਮਲ ਹੁੰਦੀ ਹੈ ਕਿ ਉਹ ਜਾਂ ਉਸ ਨੂੰ ਐਡਵਰਟਾਈਜ਼ ਕੀਤਾ ਜਾਂਦਾ, ਉਸ ਪ੍ਰੋਡਕਟ ਨੂੰ ਐਡਵਰਟਾਈਜ਼ਮੈਂਟ ਭਾਵ ਕਿ ਉਹਦੀ ਸੂਚਨਾ ਯੂਜ਼ਰ ਤੱਕ ਪਹੁੰਚਾਈ ਜਾਂਦੀ ਹੈ ਤਾਂ ਕਿ ਉਹਦੀ ਪਬਲਿਸਿਟੀ ਕੀਤੀ ਜਾਂਦੀ ਹੈ ਵੱਖ-ਵੱਖ ਮੀਡੀਆ ਦੇ ਥਰੂ, ਤਾਂ ਕਿ ਯੂਜ਼ਰਸ ਨੂੰ ਪਤਾ ਚੱਲ ਸਕੇ ਕਿ ਕੋਈ IACR ਪ੍ਰੋਡਕਟ ਜਿਹੜਾ ਹੈਗਾ ਉਹ ਤਿਆਰ ਹੋਇਆ ਹੈ ਅਤੇ ਉਹ ਉਸ ਦੀਆਂ ਜ਼ਰੂਰਤਾਂ ਦੀ ਕਿਸ ਹੱਦ ਤੱਕ ਪੂਰਤੀ ਕਰਦਾ ਹੈ। ਸੋ ਉਹਦੀ ਇਨਫੋਰਮੇਸ਼ਨ ਯੂਜ਼ਰ ਤੱਕ ਪਹੁੰਚਣੀ ਜ਼ਰੂਰੀ ਹੈ। ਸੋ ਉਹ ਇਨਫੋਰਮੇਸ਼ਨ ਯੂਜ਼ਰ ਤੱਕ ਜਦੋਂ ਪਹੁੰਚੇਗੀ ਤਾਂ ਯੂਜ਼ਰ ਦੇ ਅੰਦਰ ਉਸ ਪ੍ਰੋਡਕਟ ਪ੍ਰਤੀ ਜਿਹੜੀ ਹੈਗੀ ਹੈ ਐਕਸਾਈਟਮੈਂਟ ਪੈਦਾ ਹੋਏਗੀ, ਲੋੜ ਪੈਦਾ ਹੋਏਗੀ, ਉਹਨੂੰ ਪ੍ਰਾਪਤ ਕਰਨ ਦੀ ਉਹਦੇ ਅੰਦਰ ਚਾਹਨਾ ਪੈਦਾ ਹੋਏਗੀ, ਠੀਕ ਹੈ, ਤਾਂ ਕਿ ਉਹ ਉਸ ਤੱਕ ਪਹੁੰਚ ਸਕੇ। ਸੋ ਮਾਰਕੀਟਿੰਗ ਬੜੀ ਜ਼ਰੂਰੀ ਹੈ। ਉਹ ਇਹਨੂੰ ਇਨਫੋਰਮ ਕਰਦੀ ਹੈ, ਉਹਦੇ ਅੰਦਰ ਐਕਸਾਈਟਮੈਂਟ ਪੈਦਾ ਕਰਦੀ ਹੈ, ਉਹਦੇ ਅੰਦਰ ਚਾਹਨਾ ਪੈਦਾ ਕਰਦੀ ਹੈ, ਨੀਡ ਪੈਦਾ ਕਰਦੀ ਹੈ ਤਾਂ ਕਿ ਉਸ ਪ੍ਰੋਡਕਟ ਨੂੰ ਉਹ ਪ੍ਰਾਪਤ ਕਰ ਸਕੇ। ਸੋ ਮਾਰਕੀਟਿੰਗ ਬਹੁਤ ਜ਼ਰੂਰੀ ਹੈ। ਵਿਦਆਊਟ ਮਾਰਕੀਟਿੰਗ IACR ਪ੍ਰੋਡਕਟ ਜਿਹੜੇ ਨੇ ਯੂਜ਼ਰ ਤੱਕ ਆਸਾਨੀ ਦੇ ਨਾਲ ਨਹੀਂ ਪਹੁੰਚਾਏ ਜਾ ਸਕਦੇ। ਸੋ ਮਾਰਕੀਟਿੰਗ ਇੱਕ ਟੈਕਨੀਕ ਹੈ ਤਾਂ ਕਿ ਯੂਜ਼ਰਸ ਨੂੰ ਅਵੇਅਰ ਕੀਤਾ ਜਾ ਸਕੇ IACR ਪ੍ਰੋਡਕਟਸ ਬਾਰੇ, ਠੀਕ ਹੈ ਜੀ। ਸੋ ਇਹ ਬਹੁਤ ਜ਼ਰੂਰੀ ਹੈ। ਨੈਕਸਟ ਹੈ ਡਿਸੈਮੀਨੇਸ਼ਨ ਆਫ IACR ਸਰਵਿਸ ਔਰ ਪ੍ਰੋਡਕਟਸ। ਸੋ ਜਿਹੜੀ ਨੈਕਸਟ ਸਟੈਪ ਹੈ ਕਿ ਜੋ IACR ਪ੍ਰੋਡਕਟ ਬਣੇ ਹਨ ਉਹਨਾਂ ਨੂੰ ਡਿਸੈਮੀਨੇਟ ਕੀਤਾ ਜਾਂਦਾ ਹੈ ਜਾਂ IACR ਸਰਵਿਸ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ IACR ਪ੍ਰੋਡਕਟ ਦੇ ਰੂਪ ਦੇ ਵਿੱਚ ਯੂਜ਼ਰਸ ਨੂੰ ਮਾਰਕੀਟਿੰਗ ਤੋਂ ਬਾਅਦ। ਭਾਵ ਕਿ ਤੁਹਾਡੇ ਕੋਲ ਜਦੋਂ ਤੁਸੀਂ ਮਾਰਕੀਟਿੰਗ ਕਰ ਲਈ ਤਾਂ ਉਸ ਤੋਂ ਬਾਅਦ ਉਹ IACR ਪ੍ਰੋਡਕਟ ਜਿਹੜੇ ਨੇ ਯੂਜ਼ਰ ਤੱਕ ਪਹੁੰਚਾਉਣੇ ਬੜੇ ਜ਼ਰੂਰੀ ਨੇ ਤਾਂ ਕਿ ਡਿਫਰੈਂਟ ਚੈਨਲਸ ਦੀ ਮਦਦ ਦੇ ਨਾਲ, ਠੀਕ ਹੈ, ਡਿਫਰੈਂਟ ਮੀਡੀਆ ਦੀ ਮਦਦ ਦੇ ਨਾਲ, ਜਿਵੇਂ ਕੋਈ ਡਾਕੂਮੈਂਟ ਹੈ ਟੈਕਸਟ ਫਾਰਮ ਦੇ ਵਿੱਚ ਉਹ ਤੁਸੀਂ ਮੇਲ ਰਾਹੀਂ ਪਹੁੰਚਾ ਸਕਦੇ ਹੋ, Gmail ਰਾਹੀਂ ਪਹੁੰਚਾ ਸਕਦੇ ਹੋ, ਠੀਕ ਹੈ ਜੀ। ਇਸੇ ਤਰ੍ਹਾਂ ਡਾਕੂਮੈਂਟ ਡਿਲੀਵਰੀ ਸਰਵਿਸ ਹੈ ਉਹ ਪਹੁੰਚਾਈ ਜਾ ਸਕਦੀ ਹੈ। ਡਾਕੂਮੈਂਟ ਡਿਲੀਵਰੀ ਸਰਵਿਸ ਜਿਹੜੀ ਯੂਜ਼ ਕੀਤੀ ਜਾ ਸਕਦੀ ਹੈ ਔਨਲਾਈਨ ਡਾਕੂਮੈਂਟ ਡਿਲੀਵਰੀ ਸਰਵਿਸ ਦੇ ਥਰੂ, ਠੀਕ ਹੈ ਜੀ। IACR ਪ੍ਰੋਡਕਟ ਪਹੁੰਚਾਇਆ ਜਾ ਸਕਦਾ ਹੈ ਜਾਂ ਉਹ ਇੱਕ ਪਲੇਸ, ਪ੍ਰੋਪਰ ਕਾਮਨ ਪਲੇਸ ਨੂੰ ਯੂਜ਼ ਕੀਤਾ ਜਾ ਸਕਦਾ, ਜਿਵੇਂ ਕੋਈ ਲਾਇਬ੍ਰੇਰੀ ਹੈ ਉੱਥੇ ਉਹ ਪ੍ਰੋਡਕਟ ਜਿਹੜਾ ਹੈਗਾ ਰੱਖਿਆ ਜਾ ਸਕਦਾ ਯੂਜ਼ਰਸ ਨੂੰ ਵਾਸਤੇ ਤਾਂ ਕਿ ਯੂਜ਼ਰਸ ਉੱਥੋਂ ਪ੍ਰਾਪਤ ਕਰ ਸਕਣ, ਜਾਂ ਹੋਮ ਡਿਲੀਵਰੀ ਟਾਈਪ ਜਿਹੜੀ ਹੈਗਾ ਪ੍ਰਕਿਰਿਆ ਅਪਣਾਈ ਜਾ ਸਕਦੀ ਹੈ ਕਿ ਜਿਸ ਤਰ੍ਹਾਂ ਔਨਲਾਈਨ ਸ਼ਾਪਿੰਗ ਦੇ ਵਿੱਚ ਜਿਹੜਾ ਹੈਗਾ ਅੱਜ ਦੇ ਸਮੇਂ ਜਿਹੜੇ ਹਨ ਘਰ ਤੱਕ ਜਿਹੜਾ ਹੈਗਾ ਸਮਾਨ ਪਹੁੰਚਾਇਆ ਜਾ ਰਿਹਾ। ਇਸ ਤਰ੍ਹਾਂ ਅਸੀਂ ਕੋਈ ਟੈਕਨੀਕ ਜਿਹੜੀ ਹੈਗੀ ਉਹ ਅਪਣਾਈ ਜਾ ਸਕਦੀ ਹੈ ਜਿਹਦੇ ਨਾਲ ਇਹ ਜਿਹੜਾ IACR ਪ੍ਰੋਡਕਟ ਹੈ ਯੂਜ਼ਰ ਤੱਕ ਇਨ ਟਾਈਮ ਪਹੁੰਚਾਉਣੇ ਬੜੇ ਜ਼ਰੂਰੀ ਨੇ ਤਾਂ ਕਿ ਟਾਈਮ ਦੇ ਉੱਤੇ ਜਿਹੜਾ IACR ਪ੍ਰੋਡਕਟ ਹੈ ਯੂਜ਼ਰ ਤੱਕ ਪਹੁੰਚਾਇਆ ਜਾ ਸਕੇ, ਕਿਉਂਕਿ ਇਹਦੇ 'ਚ ਟਾਈਮਿੰਗ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਹੈ। ਕਿਉਂਕਿ ਅਗਰ ਕੋਈ ਚੀਜ਼ ਆਊਟਡੇਟਡ ਮਿਲਦੀ ਹੈ ਜਾਂ ਸਮੇਂ ਤੋਂ ਬਾਅਦ ਮਿਲਦੀ ਤਾਂ ਉਹਦੀ ਇਨਫੋਰਮੇਸ਼ਨ ਦਾ ਕੋਈ ਵੀ ਫਾਇਦਾ ਨਹੀਂ ਹੋਏਗਾ, ਉਹ ਲਾਭਕਾਰੀ ਨਹੀਂ ਹੋਏਗੀ। ਸੋ ਟਾਈਮ 'ਤੇ ਪਹੁੰਚਾਉਣੀ ਬੜੀ ਜ਼ਰੂਰੀ ਹੈ। ਟਾਈਮ ਲੈਗ ਨਹੀਂ ਹੋਣਾ ਚਾਹੀਦਾ ਵਿੱਚ, ਕਿਉਂਕਿ ਜਦੋਂ ਇਨਫੋਰਮੇਸ਼ਨ ਪੈਦਾ ਹੋਈ ਹੈ ਜਦੋਂ ਉਹ ਨਵੀਂ ਇਨਫੋਰਮੇਸ਼ਨ ਹੈ ਤਾਂ ਉਹ ਕੁਛ ਦੇਰ ਤੱਕ ਉਹਦੀ ਵੈਲਿਊ ਹੁੰਦੀ ਹੈ, ਉਸ ਤੋਂ ਬਾਅਦ ਉਹ ਇਨਫੋਰਮੇਸ਼ਨ ਜਿਹੜੀ ਹੈਗੀ ਆਊਟਡੇਟਡ ਹੋ ਜਾਂਦੀ ਹੈ ਤਾਂ ਯੂਜ਼ਰਸ ਵਾਸਤੇ ਕੰਮ ਦੀ ਨਹੀਂ ਰਹਿੰਦੀ, ਠੀਕ ਹੈ। ਯੂਜ਼ਰ ਨੂੰ ਵੀ ਇੱਕ ਖਾਸ ਮੌਕੇ 'ਤੇ ਇਨਫੋਰਮੇਸ਼ਨ ਚਾਹੀਦੀ ਹੈ, ਉਸਨੂੰ ਉਸ ਮੌਕੇ 'ਤੇ ਇਨਫੋਰਮੇਸ਼ਨ IACR ਪ੍ਰੋਡਕਟ ਦੇ ਰੂਪ ਦੇ ਵਿੱਚ ਦੇਣੀ ਬੜੀ ਜ਼ਰੂਰੀ ਹੈਗੀ ਹੈ। ਨੈਕਸਟ ਹੈ ਫੀਡਬੈਕ। ਇਹਦੇ ਵਿੱਚ ਇਹ ਦੇਖਿਆ ਜਾਂਦਾ ਕਿ ਜੋ IACR ਪ੍ਰੋਡਕਟ ਜਿਹੜਾ ਹੈਗਾ ਯੂਜ਼ਰ ਨੂੰ ਦਿੱਤਾ ਗਿਆ ਹੈ ਉਹਦੀ ਫੀਡਬੈਕ ਕੀ ਹੈ, ਭਾਵ ਕਿ ਯੂਜ਼ਰਸ ਆਪਣੇ ਵਿਚਾਰ, ਉਹਦੇ ਸੁਜੈਸ਼ਨਸ ਕੀ ਨੇ, ਕਿਸ ਹੱਦ ਤੱਕ ਉਹ ਪ੍ਰੋਡਕਟ ਜਿਹੜਾ ਹੈਗਾ ਯੂਜ਼ਰਸ ਦੀਆਂ ਲੋੜਾਂ ਦੀ ਪੂਰਤੀ ਕਰ ਪਾਇਆ, ਉਸ IACR ਪ੍ਰੋਡਕਟ ਦੇ ਵਿੱਚ ਕੀ ਕਮੀਆਂ ਸੀ, ਕੀ ਖਾਮੀਆਂ ਸੀ, ਕੀ ਉਹਦੇ ਵਿੱਚ ਮੈਰਿਟ ਸੀ, ਕੀ ਉਹਦੇ 'ਚ ਡੀਮੈਰਿਟ ਸੀ, ਤਾਂ ਕਿ ਉਹਨਾਂ ਕਮੀਆਂ ਬਾਰੇ ਯੂਜ਼ਰਸ ਦੀਆਂ ਜੋ ਉਹਨੂੰ ਫੇਸ ਕੀਤੀਆਂ ਨੇ ਉਹਦੀਆਂ ਤਾਂ ਕਿ ਉਹਦੀ ਫੀਡਬੈਕ ਦੇ ਰੂਪ ਦੇ ਵਿੱਚ ਜਿਹੜੇ ਹੈਗੇ ਨੇ ਉਹ ਇਨਫੋਰਮੇਸ਼ਨ ਪ੍ਰੋਫੈਸ਼ਨਲਸ ਤੱਕ ਪਹੁੰਚਾਉਣੇ ਬੜੇ ਜ਼ਰੂਰੀ ਨੇ ਤਾਂ ਕਿ ਉਹਨਾਂ ਨੂੰ ਜਿਹੜੇ ਫਰਦਰ IACR ਪ੍ਰੋਡਕਟ ਬਣਨਗੇ ਜਾਂ ਉਸ ਪ੍ਰਕਿਰਿਆ ਦੇ ਵਿੱਚ ਜ਼ਰੂਰੀ ਸੁਧਾਰ ਕੀਤੇ ਜਾ ਸਕਣ IACR
ਪ੍ਰੋਸੈਸ ਦੇ ਵਿੱਚ ਸੁਧਾਰ ਕੀਤੇ ਜਾ ਸਕਣ। ਸੋ ਇਸ ਕਰਕੇ ਫੀਡਬੈਕ ਲੈਣੀ ਜਿਹੜੀ ਹੈ ਬੜੀ ਜ਼ਰੂਰੀ ਹੈ। ਫੀਡਬੈਕ ਤੋਂ ਬਿਨਾਂ ਅਸੀਂ ਫਰਦਰ IACR ਪ੍ਰੋਸੈਸ ਨੂੰ ਇੰਪਰੂਵ ਨਹੀਂ ਕਰ ਸਕਦੇ। ਸੋ ਇਹ ਸਟੈਪ ਬੜਾ ਜ਼ਰੂਰੀ ਹੈ ਜਿਹਦੇ ਵਿੱਚ ਯੂਜ਼ਰਸ ਆਪਣੀ ਫੀਡਬੈਕ ਦਿੰਦਾ ਕਿ ਉਹਦੇ ਕੀ ਐਕਸਪੀਰੀਅੰਸ ਸੀ, ਕੀ ਤਜਰਬੇ ਸੀ, ਉਹਦੇ ਕਿੰਨੇ ਹੱਦ ਤੱਕ ਉਹ ਜਿਹੜੇ IACR ਪ੍ਰੋਡਕਟ ਨੂੰ ਉਹ ਯੂਜ਼ ਅੱਛੇ ਤਰੀਕੇ ਨਾਲ ਕਰ ਪਾਇਆ ਅਤੇ ਉਹਦੀਆਂ ਇਨਫੋਰਮੇਸ਼ਨ ਰਿਕੁਆਇਰਮੈਂਟਸ ਕਿਸ ਹੱਦ ਤੱਕ ਜਿਹੜੀਆਂ ਨੇ ਉਹ ਪੂਰੀਆਂ ਹੋਈਆਂ ਅਤੇ ਉਹਦੇ ਵਿੱਚੋਂ ਕੀ ਸੁਧਾਰ ਚਾਹੁੰਦਾ ਹੈਗਾ, ਤਾਂ ਕਿ ਉਹ ਫਰਦਰ ਹੋਰ ਵਧੀਆ ਢੰਗ ਦੇ ਨਾਲ ਜਿਹੜਾ ਇਫੈਕਟਿਵਲੀ ਐਫੀਸ਼ੀਐਂਟਲੀ ਉਹਨਾਂ ਪ੍ਰੋਡਕਟਸ ਨੂੰ IACR ਸਰਵਿਸ ਨੂੰ ਇੰਜੋਏ ਕਰ ਸਕੇ। ਲਾਸਟ ਵਿੱਚ ਹੈ ਜੀ ਫੋਲੋਅਪਸ। ਫੋਲੋਅਪਸ ਕੀ ਹੁੰਦਾ ਹੈ? ਫੋਲੋਅਪਸ ਹੁੰਦਾ ਹੈਗਾ ਕਿ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜੋ ਫੀਡਬੈਕ ਸਾਨੂੰ ਯੂਜ਼ਰ ਨੇ ਦਿੱਤੀ ਹੈ ਉਹਦੇ ਮੁਤਾਬਕ ਉਸ ਪ੍ਰੋਸੈਸ ਦੇ ਵਿੱਚ, ਉਸ ਸਿਸਟਮ ਦੇ ਵਿੱਚ, ਉਸ ਮੈਕੈਨਿਜ਼ਮ ਦੇ ਵਿੱਚ, ਠੀਕ ਹੈ, ਉਸ ਢੰਗ ਦੇ ਵਿੱਚ ਜ਼ਰੂਰੀ ਇੰਪਰੂਵਮੈਂਟਸ ਕੀਤੀਆਂ ਜਾਂਦੀਆਂ ਨੇ, ਸੁਧਾਰ ਕੀਤੇ ਜਾਂਦੇ ਨੇ ਤਾਂ ਕਿ ਉਸ ਨੂੰ ਹੋਰ ਜ਼ਿਆਦਾ ਵਧੀਆ ਬਣਾਇਆ ਜਾਵੇ, ਤਾਂ ਕਿ ਉਹ ਹੋਰ ਜ਼ਿਆਦਾ ਉਹ ਯੂਜ਼ਰਸ ਦੀਆਂ ਲੋੜਾਂ ਦੀ ਪ੍ਰਾਪਤੀ ਪੂਰਤੀ ਵਾਸਤੇ ਉਹ ਖਰਾ ਉਤਰ ਸਕੇ। ਸੋ ਇਹ ਜ਼ਰੂਰੀ ਹੈ ਕਿ ਉਹਨੂੰ ਉਹ ਜਿਹੜੇ ਅਸੀਂ ਸਟੈਪਸ ਲੈਂਦੇ ਹਾਂ ਉਸ ਫੀਡਬੈਕ ਦੇ ਮੁਤਾਬਕ IACR ਪ੍ਰੋਫੈਸ਼ਨਲਸ ਦੁਆਰਾ ਜਿਹੜੇ ਨੇ ਉਹ ਸਟੈਪਸ ਲਏ ਜਾਂਦੇ ਨੇ, ਉਹ ਕਦਮ ਉਠਾਏ ਜਾਂਦੇ ਨੇ ਤਾਂ ਕਿ ਯੂਜ਼ਰਸ ਹੋਰ ਵਧੀਆ ਢੰਗ ਦੇ ਨਾਲ IACR ਪ੍ਰੋਡਕਟ ਨੂੰ ਯੂਜ਼ ਕਰੇ। ਸੋ ਇਸ ਸਾਰੀ ਪ੍ਰਕਿਰਿਆ ਨੂੰ ਅਸੀਂ ਕੀ ਆਖਦੇ ਹਾਂ? ਇਸ ਨੂੰ ਅਸੀਂ ਕਹਿੰਦੇ ਹਾਂ ਫੋਲੋਅਪਸ। ਸੋ ਇਸ ਤਰ੍ਹਾਂ ਅਸੀਂ ਫੋਲੋਅਪਸ ਲੈ ਕੇ ਉਸ ਪ੍ਰਕਿਰਿਆ ਨੂੰ ਜਿਹੜੀ IACR ਸਰਵਿਸ ਦੇਣ ਦੀ ਇੱਕ ਪ੍ਰਕਿਰਿਆ ਹੈ ਉਹਨੂੰ ਅਸੀਂ ਹੋਰ ਇਫੈਕਟਿਵ ਐਫੀਸ਼ੀਐਂਟ ਬਣਾ ਸਕਦੇ ਹਾਂ ਤਾਂ ਕਿ ਫਰਦਰ ਯੂਜ਼ਰ ਜਿਹੜਾ ਹੈਗਾ ਉਹ ਹੋਰ ਵਧੀਆ ਢੰਗ ਦੇ ਨਾਲ IACR ਸਰਵਿਸ ਨੂੰ ਲਾਭਕਾਰੀ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਯੂਜ਼ ਕਰ ਸਕੇ। ਸੋ ਅਸੀਂ ਅੰਤ ਵਿੱਚ ਇਹ ਕਹਿ ਸਕਦੇ ਹਾਂ ਕਿ ਜੋ IACR ਸਰਵਿਸ ਹੈ ਇਹ ਵੈਲਿਊਏਟਡ ਸਰਵਿਸ ਹੈ ਔਰ ਇਹਦੇ ਵਿੱਚ ਇਹ ਸਰਵਿਸ ਜਿਹੜੀ ਹੈ ਇਟ ਇਜ਼ ਮੈਂਟ ਫॉर ਯੂਜ਼ਰਸ, ਸਪੈਸ਼ਲ ਯੂਜ਼ਰਸ, ਠੀਕ ਹੈ। ਇਹ ਜਿਹੜੇ ਯੂਜ਼ਰਸ ਨੇ ਇਹ ਇੱਕ ਟਾਰਗੇਟ ਗਰੁੱਪ ਆਫ ਯੂਜ਼ਰ ਜਿਹਨਾਂ ਦੀ ਪਹਿਚਾਣ ਕਰਨੀ ਜ਼ਰੂਰੀ ਹੈ ਔਰ ਇਹ ਜਿਹੜੀ ਸਰਵਿਸ ਹੈ ਇਹ ਇੱਕ ਸਿਸਟੇਮੈਟਿਕ ਇੱਕ ਵੇ ਹੈ ਇਸ ਸਰਵਿਸ ਦੇਣ ਦਾ, ਕਿਉਂਕਿ ਇਟ ਇਜ਼ ਅ ਸਪੈਸ਼ਲ ਵੈਲਿਊਏਟਡ ਸਰਵਿਸ ਦੈਟ ਇਜ਼ ਮੈਂਟ ਫॉर ਸਪੈਸ਼ਲ ਯੂਜ਼ਰਸ ਹੈ ਔਰ ਇਟ ਇਜ਼ ਗਿਵਨ ਇਨ ਦਾ ਸਪੈਸ਼ਲ ਵੇ, ਇੱਕ ਸਹੀ ਮਤਲਬ ਸਪੈਸ਼ਲ ਢੰਗ ਦੇ ਨਾਲ ਇਹ ਯੂਜ਼ਰ ਨੂੰ ਦਿੱਤੀ ਜਾਂਦੀ ਹੈ, ਠੀਕ ਹੈ। ਔਰ ਜਿਹੜਾ ਇਹਦਾ ਟਾਰਗੇਟ ਹੈ, ਇਹਦਾ ਮਿਸ਼ਨ ਹੈ ਉਹ ਹੈ ਜਸਟ ਟੂ ਪ੍ਰੋਵਾਈਡ ਰਾਈਟ ਇਨਫੋਰਮੇਸ਼ਨ ਟੂ ਦਾ ਰਾਈਟ ਰੀਡਰ ਐਟ ਦਾ ਰਾਈਟ ਟਾਈਮ ਇਨ ਦਾ ਰਾਈਟ ਵੇ। ਅਗਰ ਇਹ ਮਿਸ਼ਨ ਜਿਹੜੀ ਹੈ ਸਹੀ ਸੂਚਨਾ ਸਹੀ ਯੂਜ਼ਰ ਨੂੰ ਸਹੀ ਢੰਗ ਦੇ ਨਾਲ ਸਹੀ ਸਮੇਂ 'ਤੇ ਪਹੁੰਚਾਉਣੀ ਹੈ ਤਾਂ ਉਹਦੇ ਵਾਸਤੇ ਜ਼ਰੂਰੀ ਹੈ ਕਿ ਇਹ ਸਰਵਿਸ ਇੱਕ ਸਿਸਟੇਮੈਟਿਕ ਤਰੀਕੇ ਦੇ ਨਾਲ ਜਿਹੜੀ ਹੈ ਪ੍ਰਕਿਰਿਆ ਦੇ ਵਿੱਚ ਦਿੱਤੀ ਜਾਵੇ, ਠੀਕ ਹੈ। ਜਿਸ ਸਿਸਟੇਮੈਟਿਕ ਵੇ, ਜਿਸ ਸਿਸਟੇਮੈਟਿਕ ਢੰਗ ਨਾਲ ਇਸ ਪ੍ਰਕਿਰਿਆ ਦਿੱਤੀ ਜਾਂਦੀ ਹੈ ਜਿਨ੍ਹਾਂ ਤਾਂ ਉਹਦੇ ਵਾਸਤੇ ਜ਼ਰੂਰੀ ਹੈ ਕਿ ਕੁਛ ਜ਼ਰੂਰੀ ਸਟੈਪਸ ਜਿਹੜੇ ਨੇ ਉਹ ਫੋਲੋ ਕੀਤੇ ਜਾਣ ਅਤੇ ਉਹਨਾਂ ਸਾਰੇ ਸਟੈਪਸ ਨੂੰ ਜੋ ਫੋਲੋ ਕੀਤੇ ਜਾਂਦੇ ਨੇ ਸਰਵਿਸ ਦੇਣ ਵਾਸਤੇ ਉਹਨਾਂ ਨੂੰ ਅਸੀਂ ਸਮੂਹਿਕ ਰੂਪ ਦੇ ਵਿੱਚ ਅਸੀਂ IACR ਪ੍ਰੋਸੈਸ ਦਾ ਨਾਮ ਦਿੰਦੇ ਹਾਂ। ਅਸੀਂ IACR ਪ੍ਰੋਸੈਸ ਦਾ ਨਾਮ ਦਿੰਦੇ ਹਾਂ ਕਿ ਉਸ ਪ੍ਰੋਸੈਸ ਨੂੰ ਫੋਲੋ ਕਰਕੇ ਹੀ IACR ਜਿਹੜੀ ਸਰਵਿਸ ਹੈ ਉਹ ਦਿੱਤੀ ਜਾਂਦੀ ਹੈ। ਸੋ ਇਹ ਸਰਵਿਸ ਜਿਹੜੀ ਹੈ IACR ਸਰਵਿਸ ਹੈ ਇੱਕ ਵੈਲਿਊਏਟਡ ਸਰਵਿਸ ਹੈ ਔਰ ਇਹ ਸਰਵਿਸ ਜਿਹੜੀ ਹੈ ਯੂਜ਼ਰਸ ਵਾਸਤੇ ਖਾਸ ਕਰਕੇ ਸਪੈਸ਼ਲ ਯੂਜ਼ਰਸ ਵਾਸਤੇ ਬਹੁਤ ਹੀ ਬੈਨੀਫੀਸ਼ੀਅਲ ਹੈ, ਯੂਜ਼ਫੁਲ ਹੈ ਔਰ ਇਹ ਸਰਵਿਸ ਜਿਹੜੀ ਹੈ ਖਾਸ ਇਨਫੋਰਮੇਸ਼ਨ ਪ੍ਰੋਫੈਸ਼ਨਲਸ ਦੁਆਰਾ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ IACR ਪ੍ਰੋਫੈਸ਼ਨਲਸ ਆਖਦੇ ਹਨ ਅਤੇ ਇਹ ਸਰਵਿਸ ਜਿਹੜੀ ਹੈ ਇੱਕ ਖਾਸ ਵੇ ਦੇ ਨਾਲ ਸਪੈਸ਼ਲ ਢੰਗ ਦੇ ਨਾਲ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਬਹੁਤ ਸਾਰੇ ਸਟੈਪਸ ਜਿਹੜੇ ਨੇ ਉਹ ਸ਼ਾਮਲ ਹੁੰਦੇ ਨੇ ਔਰ ਉਹਨਾਂ ਸਾਰੇ ਸਟੈਪਸ ਨੂੰ ਫੋਲੋ ਕਰਕੇ ਹੀ IACR ਸਰਵਿਸ ਜਿਹੜੀ ਹੈ ਉਹ ਯੂਜ਼ਰਸ ਤੱਕ ਪਹੁੰਚਾਈ ਜਾਂਦੀ ਹੈ ਔਰ ਇਹਨਾਂ ਸਾਰੇ ਸਟੈਪਸ ਨੂੰ ਅਸੀਂ ਸਮੂਹਿਕ ਰੂਪ ਦੇ ਵਿੱਚ ਅਸੀਂ IACR ਪ੍ਰੋਸੈਸ ਦਾ ਨਾਮ ਦਿੰਦੇ ਹਾਂ। ਥੈਂਕ ਯੂ ਵੈਰੀ ਮੱਚ।